स्वागत है पीटीसी न्यूज़ ਦੇ ਸਾਰੇ ਦਰਸ਼ਕਾਂ ਦਾ। मैं ਹਰਪ੍ਰੀਤ ਸਿੰਘ ਚੋਣ ਚਰਚਾ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਚੁਣਾਵੀ ਮਾਹੌਲ ਦੇ ਵਿੱਚ ਬੜੇ ਸਾਰੇ ਅਜਿਹੇ ਮੁੱਦੇ ਹੁੰਦੇ ਨੇ ਜਿਹੜੇ ਖਾਸ ਤੌਰ ਤੇ ਚੋਣਾਂ ਦੇ ਦਿਨਾਂ ਦੇ ਵਿੱਚ ਹੀ ਹਾਈਲਾਈਟ ਹੁੰਦੇ ਨੇ। ਅਜਿਹਾ ਹੀ ਇੱਕ ਚੋਣ ਮੁੱਦਾ ਹੈਗਾ। ਮੈਂ ਚੋਣ ਮੁੱਦਾ ਇਸ ਲਈ ਕਹਿ ਰਿਹਾ ਕਿ ਇਹ ਮੁੱਦਾ ਵੈਸੇ ਤਾਂ ਸਰਗਰਮੀਆਂ 'ਚ ਰਹਿੰਦਾ, ਪਰ ਚੋਣਾਂ ਦੇ ਦੌਰਾਨ ਇਸ ਨੂੰ ਜ਼ਿਆਦਾ ਹਾਈਲਾਈਟ ਕੀਤਾ ਜਾਂਦਾ ਤੇ ਉਹ ਮੁੱਦਾ ਬੇਅਦਬੀਆਂ ਦਾ ਮੁੱਦਾ। ਧਾਰਮਿਕ ਗ੍ਰੰਥਾਂ ਦੀਆਂ ਹੋਈਆਂ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਬੇਅਦਬੀਆਂ ਦਾ ਮੁੱਦਾ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ। ਸੱਤਾਧਾਰੀ ਧਿਰ ਕਹਿੰਦੀ ਹੈ ਕਿ ਬੇਅਦਬੀ ਕਰਾਉਣ ਵਾਲੇ ਬਖਸ਼ੇ ਨਹੀਂ ਜਾਣਗੇ ਔਰ ਸਿੱਧਾ ਸਿੱਧਾ ਨਿਸ਼ਾਨਾ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਤੇ ਹੈ ਔਰ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਤੇ ਹਮਲਾਵਰ ਰੁਖ ਅਖਤਿਆਰ ਕਰਦਿਆਂ ਪਿੱਛੇ ਜੇ ਉਹਨਾਂ ਦੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਕਿਹਾ ਕਿ ਜਿਸ ਨੇ ਬੇਅਦਬੀ ਕਰਾਈ ਹੈ ਜਾਂ ਕੀਤੀ ਹੈ ਉਹਦਾ ਕੱਖ ਨਾ ਰਵੇ ਤੇ ਜੋ ਬੇਅਦਬੀਆਂ ਤੇ ਸਿਆਸਤ ਕਰ ਰਿਹਾ ਉਸ ਦਾ ਵੀ ਕੱਖ ਨਾ ਰਵੇ। ਇਸ ਤੇ ਕਾਫੀ ਚਰਚਾ ਵੀ ਹੋਈ ਹੈ। ਸਾਡੇ ਨਾਲ ਨੇ ਡਾਕਟਰ ਦਲਜੀਤ ਸਿੰਘ ਚੀਮਾ, ਸੀਨੀਅਰ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਔਰ ਸਾਬਕਾ ਮੰਤਰੀ ਵੀ ਰਹੇ ਨੇ। ਚੀਮਾ ਸਾਹਿਬ, ਕਈ ਵਾਰੀ ਅਜਿਹੇ ਮੁੱਦੇ ਹੁੰਦੇ ਨੇ ਜਿਹੜੇ ਬੜੇ ਗੰਭੀਰ ਮੁੱਦੇ ਹੁੰਦੇ ਨੇ ਜਿਨ੍ਹਾਂ ਤੇ ਸਿਆਸਤ ਹੋਣੀ ਵੀ ਨਹੀਂ ਚਾਹੀਦੀ ਔਰ ਗੁਰੂ ਮਹਾਰਾਜ ਦਾ ਸਤਿਕਾਰ ਸਭ ਤੋਂ ਉੱਤੇ ਹੈ, ਪਰ ਬੜੀ ਬਦਕਿਸਮਤੀ ਦੇ ਨਾਲ ਹੈ ਇਸ ਮੁੱਦੇ ਤੇ ਵਾਰ-ਵਾਰ ਸਿਆਸਤ ਹੁੰਦੀ ਹੈ। ਸਿਆਸਤ ਭਾਵੇਂ ਜਿਹੜਾ ਮਰਜ਼ੀ ਕਰਦਾ, ਜਵਾਬ ਤੁਸੀਂ ਵੀ ਦਿੰਦੇ ਹੋ। ਇਟ ਮੀਨਸ ਕਿ ਤੁਸੀਂ ਵੀ ਇਸ ਤੇ ਸਿਆਸਤ ਕਰਦੇ ਹੋ। देखो गल है कि श्री गुरु ग्रंथ साहब जी की बेदबी का मुद्दा साडा सब तो मैं कह सकदा कि गंभीर ते धार्मिक मुद्दा। ये बहुत ही सिख कौम के जज्बातों के नाल जुड़िया हुआ मुद्दा और एक किसी भी लैवल के उत्ते किसी पार्टी के नाल जोड़ के नहीं देखा जा सकता। ईवन श्री गुरु ग्रंथ साहब का तो जिहड़ा सत्कार है ये धर्मां तो उपर उठ के भी लोग करते हैं जी जी। पर मंदभागी गल ये है कि पिछली विधान सभा तो लैके कांग्रेस पार्टी ने उहदे नाल उस वेले आम आदमी पार्टी ने हुण नवे टकसाली दल इन्हां दे नाल शुरू हो गए। इन्हां सारिਆਂ ने एक खेड बना ली कि इस मुद्दे दे उत्ते रल के झूठ बोली जाओ ते सियासत करी जाओ। पिछली बारी इन्होंने काफ़ी हद तक लोगों को गुमराह किया। हुण जदों विच इलैक्शनां नहीं सी ते ਇਹ ਮੁੱਦਾ ਛਾਂਡਾ ਹੀ ਰਿਹਾ। ਹੁਣ ਇਲੈਕਸ਼ਨ ਆ ਗਈ ਤੇ ਇਲੈਕਸ਼ਨ ਤੋਂ ਵੀ ਇਲਾਵਾ ਜਦੋਂ ਇਲੈਕਸ਼ਨ ਲੱਗਿਆ ਕਾਂਗਰਸ ਨੂੰ ਕਿ ਅਸੀਂ ਹਾਰ ਰਹੇ ਹਾਂ ਤੇ ਫਿਰ ਬੇਅਦਬੀ ਦਾ ਮੁੱਦਾ ਬਣਨਾ ਸ਼ੁਰੂ ਹੋ ਗਿਆ। ਪਰ ਲੋਕੀ ਤਰਕ ਵੀ ਤਾਂ ਦੇ ਰਹੇ ਨਾ ਕਿ ਪਹਿਲਾ ਮੁੱਦਾ ਇਸ ਲਈ ਸ਼ਾਂਤ ਰਿਹਾ ਕਿਉਂ ਕੁਝ ਕਰ ਨਹੀਂ ਸਕਦੇ ਸੀਗੇ, ਹੁਣ ਕਰ ਸਕਦੇ ਆ। ਤੁਹਾਡੀ ਪਾਰਟੀ ਦੇ ਉੱਤੇ ਐਲੀਗੇਸ਼ਨ ਹੈ ਬੇਅਦਬੀ ਦਾ ਤੇ ਤੁਹਾਡੀ ਪਾਰਟੀ ਨੂੰ ਹਰਾਓ, ਲੋਕਾਂ ਨੂੰ ਅਪੀਲ ਕਰਦੇ ਹੋ। ਕਦੋਂ ਇਹਨਾਂ ਨੂੰ ਰੋਕਿਆ ਵੀ ਤੁਸੀਂ ਨਾ ਕਰੋ? ਅਸੀਂ ਤਾਂ ਕਹਿੰਦੇ ਹਾਂ ਪਹਿਲੇ ਦਿਨ ਤੋਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ ਜੋ ਵੀ ਤੱਥ ਹੈ ਉਹ ਸਹੀ ਚੀਜ਼ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ। ਸਾਡਾ ਬਿਲਕੁਲ ਇਸ ਸਟੈਂਡ ਦੇ ਉੱਤੇ ਕਦੇ ਵੀ ਕੋਈ ਦੁਬਦਾ ਨਹੀਂ ਰਹੀ। ਤੇ ਅਸੀਂ ਤਾਂ ਹੁਣ ਇਹਨਾਂ ਨੂੰ ਪੁੱਛਦੇ ਹਾਂ ਕਿ 2.25 ਸਾਲ ਹੋ ਗਏ ਤੁਸੀਂ ਸਵਾਏ ਰਾਜਨੀਤੀ ਤੋਂ ਇਸ ਮੁੱਦੇ ਤੇ ਕੱਖ ਨਹੀਂ ਕੀਤਾ। ਕੈਪਟਨ ਅਮਰਿੰਦਰ ਸਿੰਘ ਰੈਲੀਆਂ 'ਚ ਲਲਕਾਰ ਕੇ ਕਹਿੰਦੇ ਨੇ ਕਿ ਜਿਨ੍ਹਾਂ ਨੇ ਬੇਅਦਬੀਆਂ ਕਰਾਈਆਂ ਨੇ ਸਿੱਧਾ ਸਿੱਧਾ ਇਸ਼ਾਰਾ ਤੁਹਾਡੇ ਵੱਲ ਕਰਦੇ ਨੇ, ਉਹ ਬਖਸ਼ੇ ਨਹੀਂ ਜਾਣਗੇ, ਸਾਰੇ ਦੇ ਸਾਰੇ ਸਲਾਖਾਂ ਦੇ ਪਿੱਛੇ ਹੋਣਗੇ ਔਰ ਲੋਕਾਂ ਨੂੰ ਵੀ ਔਰ ਸੰਗਤ ਨੂੰ ਵੀ ਇਹ ਕਹਿੰਦੇ ਨੇ ਕਿ ਸਾਡਾ ਸਾਥ ਦਿਓ, ਅਸੀਂ ਇਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜ ਕੇ ਰਾਂਗੇ। ਦੇਖੋ ਕੈਪਟਨ ਅਮਰਿੰਦਰ ਸਿੰਘ ਦਾ ਡਬਲ ਫੇਸ ਹੈ। ਜਦੋਂ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਆ, ਹੋਮ ਮਿਨਿਸਟਰ ਹੈ, ਉਦੋਂ ਉਹਨਾਂ ਦੀ ਕਾਰਗੁਜ਼ਾਰੀ ਜਿਹੜੀ ਹੈ ਉਹ ਹੋਰ ਹੈ। ਜਦੋਂ ਕਾਂਗਰਸ ਦੇ ਸਟਾਰ ਕੰਪੇਨਰ ਬਣ ਕੇ ਸਟੇਜ ਤੇ ਜਾਂਦੇ ਆ ਉਦੋਂ ਗੁਰੂ ਤੋਂ ਵੀ ਨਹੀਂ ਡਰਦੇ, ਇੰਨਾ ਝੂਠ ਬੋਲਦੇ ਆ, ਇੰਨਾ ਕੂੜ ਤੋਲਦੇ ਆ, ਭੁੱਲ ਜਾਂਦੇ ਆ ਕਿ ਮੈਂ ਹੋਮ ਮਿਨਿਸਟਰੀ ਦੇ ਦਫ਼ਤਰ ਦੇ ਵਿੱਚ ਬੈਠਾ ਕੀ ਦੇਖ ਕੇ ਆਇਆ। ਮੇਰੀ ਜਿਹੜੀ SIT ਬਣਾਈ ਹੈ ਉਹ ਅਦਾਲਤ ਦੇ ਵਿੱਚ ਕਿਹੜਾ ਚਲਾਨ ਪੇਸ਼ ਕਰਕੇ ਆਈ ਹੈ। ਫਿਰ ਸਾਰੀਆਂ ਚੀਜ਼ਾਂ ਭੁੱਲ ਕੇ ਤੇ ਸਟੇਜ ਤੇ ਜਾ ਕੇ ਝੂਠ ਬੋਲੀ ਜਾਂਦੇ ਆ। ਜਦੋਂ ਸਾਹਮਣੇ ਜਿੰਨੀਆਂ ਕੁਰਸੀਆਂ ਖਾਲੀ ਵੱਧ ਨਜ਼ਰ ਆਉਂਦੀਆਂ ਉਨਾ ਹੀ ਉਹਨਾਂ ਨੂੰ ਜਿਹੜੀ ਹੈ ਝੂਠ ਦੀ ਜਿਹੜੀ ਹੈ ਉਹ ਹੋਰ ਤੇਜ਼ ਹੋ ਜਾਂਦਾ। ਨਹੀਂ, ਤੁਸੀਂ ਕਿਵੇਂ ਡਬਲ ਸਟੈਂਡਰਡ ਕਹਿ ਰਹੇ ਹੋ? ਡਬਲ ਸਟੈਂਡਰਡ ਇਹ ਕੋਈ ਸਟੈਂਡਰਡ ਰਿਹਾ ਕਿ ਬੇਅਦਬੀਆਂ ਜਿਹਨੇ ਕਰਾਈਆਂ ਉਹ ਜਾਣਗੇ ਅੰਦਰ। ਇਹ ਚਲਾਨ ਦੀ ਕਾਪੀ ਹੈ ਬਾਈਬਲ ਕਲਾਂ ਦੇ ਮਾਮਲੇ ਦੇ ਵਿੱਚ ਜਿਹੜੀ ਚਲੋ ਆਪਾਂ ਉਸ ਤੇ ਆਵਾਂਗੇ, ਬਾਈਬਲ ਕਲਾਂ ਗੋਲੀकांड ਤੇ ਆਵਾਂਗੇ, ਪਰ ਮੈਂ ਉਸ ਤੋਂ ਪਹਿਲਾਂ ਬੇਅਦਬੀਆਂ ਦੇ ਮੁੱਦੇ ਤੇ ਕਰਨਾ ਚਾਹਨਾ ਨਾ, ਕਿਉਂਕਿ ਤੁਹਾਡੀ ਪਾਰਟੀ ਇਹ ਕਹਿੰਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਡਬਲ ਸਟੈਂਡਰਡ ਹੈ। ਕੁਝ ਸਮਾਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਕਿ ਬੇਅਦਬੀਆਂ ਦੇ ਪਿੱਛੇ ਪਾਕਿਸਤਾਨ ਜਾਂ ISI ਦਾ ਹੱਥ ਹੈ। ਹੁਣ ਕੈਪਟਨ ਅਮਰਿੰਦਰ ਕਹਿੰਦੇ ਨੇ ਕਿ ਬੇਅਦਬੀਆਂ ਪੋਲੀਟੀਕਲ ਪਾਰਟੀ ਨੇ ਕਰਾਈਆਂ, ਤੁਹਾਡੇ ਤੇ ਇਸ਼ਾਰਾ ਕਰਦੇ ਨੇ ਔਰ ਤੁਹਾਨੂੰ ਸਿੱਧਾ ਕਰਨ ਨੂੰ ਕਹਿੰਦੇ ਨੇ। ਮੈਂ ਤਾਂ ਕਿਹਾ ਹਾਲੇ ਥੋੜੇ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਇੰਟਰਵਿਊ ਫੇਰ ਆਈ ਹੈ ਥੋੜੇ ਦਿਨ ਪਹਿਲਾਂ ਜੀ। ਤੁਸੀਂ ਸੰਗਤ ਨੂੰ ਚਲਾ ਕੇ ਦਿਖਾ ਦਿਓ, ਮੇਰੇ ਬੋਲਣ ਦੀ ਲੋੜ ਨਹੀਂ ਪੈਣੀ। ਉਹਦੇ ਵਿੱਚ ਹੁਣ ਵੀ ਉਹੀ ਕਹਿੰਦੇ ਪਏ ਕਿ ਇਹਦੀਆਂ ਤਾਰਾਂ ਜਿਹੜੀਆਂ ਉਹ ਬਾਹਰਲੇ ਦੇਸ਼ਾਂ ਦੇ ਨਾਲ ਜਿਹੜੀਆਂ ਜੁੜੀਆਂ ਹੋ ਸਕਦੀਆਂ। ਹੁਣ ਵੀ ISI ਦਾ ਸ਼ੱਕ ਜਿਹੜਾ ਉਹਦੇ ਵਿੱਚ ਨਜ਼ਰ ਆ ਰਿਹਾ। ਇਹੀ ਮੈਂ ਕਹਿ ਰਿਹਾ ਨਾ ਕਿ ਜਦੋਂ ਇਹ ਜੇ ਹੋਮ ਮਿਨਿਸਟਰ ਕੁਰਸੀ ਤੇ ਬੈਠਦੇ ਆ, ਜਦੋਂ ਇਹ ਚੀਫ ਮਿਨਿਸਟਰ ਕਰਦੇ ਆ, ਉੱਥੇ ਹੋਰ ਹੁੰਦਾ। ਜਦੋਂ ਫੀਲਡ 'ਚ ਜਾਂਦੇ ਆ ਤੇ ਫਿਰ ਦੇਖਦੇ ਆ ਕਿ 2.25 ਸਾਲਾਂ ਦੇ ਵਿੱਚ ਮੈਂ ਕੀਤਾ ਕੁਛ ਨਹੀਂ ਤੇ ਲੋਕਾਂ ਨੂੰ ਕਵਾਂ ਕੀ।
ਫਿਰ ਇਹਨਾਂ ਨੂੰ ਚੇਤੇ ਆ ਜਾਂਦਾ ਕਿ ਉਹ ਨੁਸਖਾ ਜਿਹੜਾ ਵਿਧਾਨ ਸਭਾ 'ਚ ਚਲਾਇਆ ਸੀ ਉਹ ਮੈਂ ਇੱਥੇ ਹੁਣ ਦੁਬਾਰਾ ਖੇਡਾਂ। ਫਿਰ ਉੱਥੇ ਬਿਨਾਂ ਕੁਝ ਦੇਖੇ ਝੂਠ ਤੇ ਝੂਠ, ਝੂਠ ਤੇ ਝੂਠ, ਜਿੰਨਾ ਇੰਟੈਲੀਜੈਂਸ ਤੋਂ ਰਿਪੋਰਟ ਆਉਂਦੀ ਹੈ ਕਿ ਇੰਨੇ ਤੇ ਹਾਰ ਰਹੇ ਹੋ, ਉਨਾ ਹੀ ਫਿਰ ਸਖਤੀ ਨਾਲ ਬੋਲਦੇ ਆ ਕਿ ਮੈਂ ਪ੍ਰਕਾਸ਼ ਸਿੰਘ ਬਾਦਲ ਨੂੰ ਅੰਦਰ ਕਰ ਦੂੰਗਾ, ਮੈਂ ਸੁਖਬੀਰ ਸਿੰਘ ਬਾਦਲ ਨੂੰ ਅੰਦਰ ਕਰ ਦੂੰਗਾ। ਉਹਨੂੰ ਲੱਗਦਾ ਵੀ ਇਹਦੇ ਨਾਲ ਵੋਟਾਂ ਜਿਹੜੀਆਂ ਮੇਰੀਆਂ ਬਦਲਣਗੀਆਂ। ਅੱਛਾ, ਸਿਰਫ ਕਾਂਗਰਸ ਨਹੀਂ ਨਾ, ਕੁਝ ਹੋਰ ਵੀ ਅਜਿਹੇ ਪੰਥਕ ਦਲ ਆਪਣੇ ਆਪ ਨੂੰ ਕਹਾਉਂਦੇ ਨੇ, ਕਹਿੰਦੇ ਨੇ, ਉਹ ਵੀ ਤੁਹਾਡੇ ਅਗੇਂਸਟ ਹੈ। ਤੁਸੀਂ ਇੱਕ ਪੰਜਾਬੀ ਦੀ ਇੱਕ ਮਸ਼ਹੂਰ ਅਖਬਾਰ ਦੇ ਵਿੱਚ ਏਡਾ ਵੱਡਾ ਆਰਟੀਕਲ ਲੱਗਿਆ ਸੀ ਜਿਹਦੇ ਵਿੱਚ ਸ਼ਰੇਆਮ ਲਿਖਿਆ ਗਿਆ ਕਿ ਇੰਨੀਆਂ ਬੇਦਬੀਆਂ ਕਰਨ ਵਾਲੀ ਪਾਰਟੀ ਨੂੰ, ਬਾਦਲ ਰਾਜ ਦੇ ਵਿੱਚ ਇੰਨੀਆਂ ਬੇਦਬੀਆਂ ਕਰਨ ਵਾਲੀ ਪਾਰਟੀ ਨੂੰ ਮੂੰਹ ਨਾ ਲਾਓ, ਵੋਟ ਨਾ ਪਾਓ, ਇਹਨਾਂ ਨੂੰ ਸਬਕ ਸਿਖਾਓ। ਤੁਸੀਂ ਕਾਂਗਰਸ ਪਾਰਟੀ ਨੂੰ ਤਾਂ ਕਹਿ ਦੋਗੇ ਚਲੋ ਵੀ ਉਹ ਰਾਜਨੀਤੀ ਕਰਦੇ ਆ, ਉਹ ਕੀ ਰਾਜਨੀਤੀ ਕਰ ਰਹੇ? ਤੁਸੀਂ ਜਿਸ ਇਸ਼ਤਿਹਾਰ ਦੀ ਗੱਲ ਕਰਦੇ ਹੋ ਮੈਂ ਉਹ ਸੰਭਾਲ ਕੇ ਰੱਖਿਆ ਹੋਇਆ। ਆਓ ਬਿਲਕੁਲ ਹੀ 122 ਘਟਨਾਵਾਂ ਦੀ ਗੱਲ 122 ਘਟਨਾਵਾਂ ਦੀ ਗੱਲ ਕਰਦੇ ਪਏ। ਮੈਂ ਪਹਿਲਾਂ ਜਦੋਂ ਦੇਖਿਆ ਮੈਂ ਸਪੈਸ਼ਲੀ ਥੱਲੇ ਨਾਮ ਪੜ੍ਹੇ ਵੀ ਕਿਹੜੇ ਗੁਰੂ ਦੇ ਪਿਆਰੇ ਸਿੱਖ ਆ ਜਿਹੜੇ ਐਡਾ ਵੱਡਾ ਇਸ਼ਤਿਹਾਰ ਜਿਹੜਾ ਉਹ ਸੰਗਤ ਦੇ ਪੈਸੇ ਦਾ ਬੇਅਦਬੀਆਂ ਦੀ ਲੜਾਈ ਦੇ ਉੱਤੇ ਲੜਨ ਵਾਸਤੇ ਦੇ ਰਿਹਾ। ਮੇਰੇ ਮਨ 'ਚ ਇਸ ਗੱਲ ਦੀ ਖੁਸ਼ੀ ਹੋਈ ਕਿ ਚਲੋ ਕੋਈ ਸ਼ਾਇਦ ਬੇਅਦਬੀਆਂ ਦੀ ਗੱਲ ਕਰਨ ਲੱਗਾ। ਫਿਰ ਜਦੋਂ ਮੈਂ ਇਸ਼ਤਿਹਾਰ ਨੂੰ ਪੜ੍ਹਿਆ ਜੀ, ਇਹਦੇ 'ਚ ਇੱਕ ਸ਼ਬਦ ਲਿਖਿਆ ਬਾਦਲ ਰਾਜ ਵੇਲੇ ਧਾਰਮਿਕ ਬੇਅਦਬੀਆਂ 122 ਜੀ। ਮੈਂ ਹੈਰਾਨ ਆ ਵੀ ਬੇਅਦਬੀਆਂ ਨੂੰ ਪਾਰਟੀਆਂ ਨਾਲ ਜੋੜਿਆ ਜਾ ਰਿਹਾ। ਇਹਦਾ ਮਤਲਬ ਕਿ ਜਿਹੜੀਆਂ ਬਾਦਲ ਰਾਜ ਦੇ ਵੇਲੇ ਹੋਈਆਂ ਉਹ ਤਾਂ ਬੇਅਦਬੀਆਂ 122 ਆ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਹੀ ਇਹਨਾਂ ਨੇ ਲਿਆ ਨਾ, ਜਿਹੜਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਮੇਰੇ ਕੋਲ। ਤੇ ਜਿਹੜੀਆਂ ਉਸ ਤੋਂ ਬਾਅਦ 100 ਬੇਅਦਬੀ ਹੋਰ ਹੋ ਗਈ ਕਾਂਗਰਸ ਦੇ ਰਾਜ 'ਚ, ਉਹਦਾ ਇਹਨਾਂ ਮੇਰੇ ਵੀਰਾਂ ਨੇ ਜ਼ਿਕਰ ਨਹੀਂ ਕੀਤਾ। ਇਸ਼ਤਿਹਾਰ ਦੇ ਪੈਸੇ ਤੇ ਇਹਨਾਂ ਨੇ ਸੰਗਤ ਕੋਲੋਂ, ਕਿਉਂਕਿ ਵਿਦੇਸ਼ਾਂ 'ਚੋਂ ਇਸ਼ਤਿਹਾਰ ਲੱਗਿਆ, ਥੱਲੇ ਨਾ ਵੀ ਲਿਖਿਆ ਕਿ USA ਤੋਂ ਦੂਜਾ ਲੱਗਿਆ, ਉੱਥੇ ਸੰਗਤ ਕੋਲੋਂ ਜਦੋਂ ਇਸ਼ਤਿਹਾਰ ਦੇ ਪੈਸੇ ਇਕੱਠੇ ਕੀਤੇ ਸੀ ਕਿ ਸੰਗਤ ਨੂੰ ਇਹਨਾਂ ਵੀਰਾਂ ਨੇ ਦੱਸਿਆ ਸੀ ਕਿ ਅਸੀਂ ਕਾਂਗਰਸ ਵਾਲੀਆਂ ਬੇਅਦਬੀਆਂ ਦਾ ਨਾਂ ਨਹੀਂ ਲੈਣਾ। ਸ਼ਾਇਦ ਇਹਨਾਂ ਨੇ ਲਾਇਸੈਂਸ ਦੇ ਦਿੱਤਾ ਕਾਂਗਰਸ ਨੂੰ ਕਿ ਕਾਂਗਰਸ ਨੂੰ ਤਾਂ ਅਧਿਕਾਰ ਹੈ ਉਹ ਹਰਿਮੰਦਰ ਸਾਹਿਬ ਤੇ ਹਮਲਾ ਵੀ ਕਰ ਸਕਦੀ ਹੈ, ਕਾਂਗਰਸ ਨੂੰ ਅਧਿਕਾਰ ਹੈ ਉਹ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਵੀ ਕਰ ਸਕਦੀ ਹੈ, ਕਾਂਗਰਸ ਨੂੰ ਅਧਿਕਾਰ ਹੈ ਕਿ ਉਹ ਜਿੰਨੀਆਂ ਮਰਜ਼ੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਆ ਉਹਨਾਂ ਨੂੰ ਅਗਨ ਭੇਟ ਕਰ ਸਕਦੀ ਹੈ। ਕਾਂਗਰਸ ਦੇ ਰਾਜ ਦੇ ਵਿੱਚ ਜਿੰਨੀਆਂ ਮਰਜ਼ੀ ਬੇਅਦਬੀਆਂ ਹੋਈ ਜਾਣ, ਹੁਣ ਵੀ ਉਹ ਵੀ ਇਹਨਾਂ ਨੇ ਸ਼ਾਇਦ ਇਹਨਾਂ ਨੂੰ ਪੱਕੇ ਤੌਰ ਤੇ ਸਮਝ ਲਿਆ ਵੀ ਇਹ ਜਿਹੜਾ ਬਲੇਮ ਹੈ ਸਿਰਫ ਬਾਦਲ ਸਰਕਾਰ ਤੇ ਪਾਇਆ ਜਾ ਸਕਦਾ ਹੈ। ਕਾਂਗਰਸ ਵਾਲਿਆਂ ਦਾ ਮੇਰੇ ਵੀਰਾਂ ਨੇ ਇਸ਼ਤਿਹਾਰ ਤੇ ਜ਼ਿਕਰ ਨਹੀਂ ਕੀਤਾ। ਤੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀਆਂ ਤੁਸੀਂ 122 ਇੱਥੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਚੋਂ ਲਈਆਂ, ਉਹਨੇ ਥੱਲੇ ਲਿਖਿਆ ਸੀ ਕਿ 157 ਹੋ ਗਈਆਂ ਕਿਉਂਕਿ ਪ੍ਰੈਜ਼ੈਂਟ ਗਵਰਨਮੈਂਟ ਇਹ ਹਾਲੇ 2015 ਦੀ ਗੱਲ ਆ। 2015 ਦੀ ਜਦੋਂ ਉਹਨਾਂ ਨੇ ਰਿਪੋਰਟ ਲਿਖੀ, ਉਹਨਾਂ ਨੇ ਉਦੋਂ ਲਿਖ ਦਿੱਤਾ ਕਿ ਸਾਨੂੰ ਜਿਹੜੀਆਂ ਉਸ ਵੇਲੇ 122 ਹੋਈਆਂ ਸੀ, ਪਰ ਹੁਣ ਜਿਹੜੀਆਂ ਮਾਰਚ 2017 ਤੱਕ ਕਿ ਵੱਧ ਗਈਆਂ ਕਿ ਐਟ ਪ੍ਰੈਜ਼ੈਂਟ ਗਵਰਨਮੈਂਟ। ਉਸ ਤੋਂ ਬਾਅਦ ਤਾਂ ਫਿਰ ਕਈ ਹੋ ਗਈਆਂ, ਹੁਣ ਤਾਂ ਗਿਣਤੀ 100 ਤੱਕ ਪਹੁੰਚ ਜਾਏਗੀ। ਲੇਕਿਨ ਇਹਨਾਂ ਵੀਰਾਂ ਦੀ ਮੈਨੂੰ ਇਹ ਨਹੀਂ ਸਮਝ ਆਈ ਕਿ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਮੁੱਦਾ ਸੀ ਉਹਨੂੰ ਇੱਕ ਸਰਕਾਰ ਨਾਲ ਜੋੜ ਦਿੱਤਾ, ਦੂਜੀਆਂ ਬੇਅਦਬੀਆਂ ਨੂੰ ਮਾਫੀ ਕਿਉਂ ਦਿੱਤੀ? ਇਹ ਸਿੱਖ ਸੰਗਤਾਂ ਨੂੰ ਜਿਨ੍ਹਾਂ ਕੋਲੋਂ ਇਸ਼ਤਿਹਾਰਾਂ ਦੀ ਮਾਇਆ ਇਹਨਾਂ ਨੇ ਇਕੱਠੀ ਕੀਤੀ ਹੈ, ਉਹਨਾਂ ਨੂੰ ਜ਼ਰੂਰ ਇਹਨਾਂ ਨੂੰ ਇਕੱਠੇ ਕਰਕੇ ਪੁੱਛਣਾ। ਅੱਛਾ ਚਲੋ, ਇਹਦੇ ਪਿੱਛੇ ਤੁਹਾਨੂੰ ਮੋਟਿਵ ਕੀ ਨਜ਼ਰ ਆਉਂਦਾ? ਚਲੋ ਕਾਂਗਰਸ ਕਰ ਰਹੀ ਹੈ, ਤੁਸੀਂ ਕਹਿ ਰਹੇ ਹੋ ਕਿ ਸਿਆਸਤ ਖੇਡ ਰਹੀ ਹੈ। ਹੁਣ ਜੇ ਇਹ ਆਮ ਲੋਕ ਨੇ, ਤੁਸੀਂ ਕਹਿੰਦੇ ਹੋ ਕਿ ਲੋਕਾਂ ਦਾ, ਸੰਗਤ ਦਾ ਪੈਸਾ ਇਕੱਠਾ ਕਰ ਕੀਤਾ ਹੈ, ਇਹਦਾ ਤੁਹਾਡੀ ਪਾਰਟੀ ਨੂੰ ਟਾਰਗੇਟ ਕਰਨਾ ਖਾਲੀ, ਇਹਦੇ ਪਿੱਛੇ ਤੁਹਾਨੂੰ ਮੋਟਿਵ ਕੀ ਸਮਝ ਆਉਂਦਾ? ਇਹ ਸਾਰੇ ਇਕੱਠੇ ਆ ਜੀ, ਇਹ ਸਾਰੇ ਅਮਰਿੰਦਰ ਸਿੰਘ ਦੇ ਨਾਲ ਇਕੱਠੇ ਹੀ ਹੈ। ਇਹ ਜਿਹੜੇ ਬਰਗਾੜੀ ਵਾਲੇ ਵੀ ਕੱਢਦੇ ਫਿਰਦੇ ਮਾਰਚਾਂ, ਉਹਨਾਂ ਦਾ ਵੀ ਪਹਿਲਾਂ ਹੀ ਸਾਬਤ ਹੋ ਚੁੱਕਿਆ ਕਿ ਸਾਰਾ ਕੁਝ ਸਰਕਾਰ ਚਲਾਉਂਦੀ ਸੀ। ਇਹ ਜਿਹੜੇ ਦੂਜੇ ਵੀ ਹੈਗੇ ਆ, ਇਹ ਸਾਰੀਆਂ ABC ਟੀਮਾਂ ਇਕੱਠੀਆਂ ਹੋਈਆਂ ਵੀ ਕਿਹੜੇ ਨੇ ਕਿਸੇ ਪਾਸੋਂ ਘੇਰਾ ਪਾਉਣਾ। ਵਿੱਚ ਹੀ ਟਕਸਾਲੀ ਅਕਾਲੀ ਦਲ ਵੀ ਆ, ਉਹ ਤਾਂ ਹੁਣ ਖੈਰ ਜ਼ਿਆਦਾ ਹੀ ਪਿੱਛੇ ਰਹਿ ਗਿਆ, ਉਹਨਾਂ ਦਾ ਕੰਮ, ਉਹਨਾਂ ਦੀ ਵੀ ਡਿਊਟੀ ਇਹਨਾਂ ਨੇ ਸੇਮ ਹੀ ਲਗਾਈ ਸੀ। ਇਸ ਕਰਕੇ ਸਾਰੇ ਇਹ ਇਕੱਠੇ ਆ। ਰਾਤ ਨੂੰ ਸਲਾਹ ਹੁੰਦੀ ਹੈ ਕਿ ਕਿਹੜਾ ਅਟੈਕ ਕਿਹੜੇ ਪਾਸਿਓਂ ਹੋਊਗਾ, ਪਰ ਹੁਣ ਮੈਂ ਸਮਝਦਾ ਸੰਗਤ ਸਾਡੇ ਪੰਜਾਬ ਦੇ ਲੱਗਦਾ ਕਿ ਚੋਣਾਂ ਦੇ ਦੌਰਾਨ ਇੰਨਾ ਮਸਲਾ ਹਾਈਲਾਈਟ ਫਿਰ ਦੁਬਾਰਾ ਹੋ ਰਿਹਾ, ਜਿਵੇਂ ਨੁਕਸਾਨ ਤੁਹਾਡਾ ਵਿਧਾਨ ਸਭਾ ਚ ਹੋਇਆ ਸੀ, ਇਸ ਵਾਰ ਨਹੀਂ ਹੋਏਗਾ। ਪਰ ਕੀ ਹੁਣ ਸੰਗਤ ਦੀ ਜਿਹੜੀ ਮੈਂਗਲ ਕਹੀ ਹੈ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਲੋਕਾਂ ਨੂੰ ਨਹੀਂ ਪਤਾ ਕਿ ਇਸ ਰਾਜ ਦੇ ਵਿੱਚ 2.25 ਸਾਲ ਦੇ ਵਿੱਚ ਕਿੰਨੀਆਂ ਬੇਅਦਬੀਆਂ ਹੋਈਆਂ। ਕੋਈ ਇਨਸਾਨ ਕੀ ਇਹ ਚਾਹੇਗਾ? ਗੁਰੂ ਗ੍ਰੰਥ ਸਾਹਿਬ ਤਾਂ ਰਾਜ ਭਾਗ ਨਾਲ ਚੇਂਜ ਨਹੀਂ ਹੋ ਗਿਆ, ਗੁਰੂ ਗ੍ਰੰਥ ਸਾਹਿਬ ਦੀ ਸ਼ਰਧਾ ਰਾਜ ਭਾਗ ਨਾਲ ਚੇਂਜ ਨਹੀਂ ਹੋ ਗਈ, ਤੇ ਫਿਰ ਤੁਸੀਂ ਇੱਕ ਰਾਜ ਦੀਆਂ ਬੇਅਦਬੀਆਂ ਦਾ ਨਾਂ ਲੈ ਰਹੇ ਹੋ, ਐਡਾ ਵੱਡਾ ਇਸ਼ਤਿਹਾਰ ਦੇ ਰਹੇ ਹੋ, ਦੂਜੇ ਨੂੰ ਮਾਫੀ ਦੇ ਰਹੇ ਹੋ। ਚੀਮਾ ਸਾਹਿਬ ਆਪਾਂ ਜਸਟੀਫਾਈ ਤੇ ਨਹੀਂ ਕਰ ਸਕਦੇ ਕਿ ਸਾਡੇ ਰਾਜ ਵੇਲੇ ਹੋਈਆਂ ਤੇ ਇਹਨਾਂ ਵੇਲੇ ਵੀ ਹੋਈਆਂ। ਮੈਂ ਤੇ ਇਹੀ ਗੱਲ ਕਹਿ ਰਿਹਾ ਕਿ ਇਹ ਤਾਂ ਕੋਈ ਜਸਟੀਫਿਕੇਸ਼ਨ ਹੀ ਨਹੀਂ। ਮੈਂ ਵੀ ਇਹੀ ਗੱਲ ਕਹਿ ਰਿਹਾ ਵੀ ਤੁਸੀਂ ਬੇਅਦਬੀਆਂ ਨੂੰ ਰਾਜ ਭਾਗਾਂ ਨਾਲ ਜੋੜਨ ਲੱਗੇ। ਗਵਰਨਮੈਂਟ ਵਰਕਸ ਇਨ ਕੰਟੀਨਿਊਟੀ। ਜਿੰਨਾ ਕੰਮ ਇਨਵੈਸਟੀਗੇਸ਼ਨ ਦਾ ਇੱਕ ਗਵਰਨਮੈਂਟ ਦੇ ਟਾਈਮ ਤੇ ਕੰਪਲੀਟ ਹੋਇਆ, ਉਸ ਤੋਂ ਅੱਗੇ ਤੁਸੀਂ ਫਰਦਰ ਇਨਵੈਸਟੀਗੇਸ਼ਨ ਦੂਜੀ ਗਵਰਨਮੈਂਟ ਨੇ ਆ ਕੇ ਕਰਨੀ ਹੈ।
ਕਿਉਂਕਿ ਜਦੋਂ ਗਵਰਨਮੈਂਟ ਚੇਂਜ ਹੋ ਗਈ ਤਾਂ ਪਿਛਲੇ ਤਾਂ ਨਹੀਂ ਕਰ ਸਕਦੇ। ਇਸ ਕਰਕੇ ਹੋਮ ਮਿਨਿਸਟਰੀ ਉਹੀ ਹੈ, ਚੀਫ ਮਿਨਿਸਟਰ ਦੀ ਚੇਅਰ ਉਹੀ ਹੈ, ਇਹ ਕੰਮ ਕੰਟੀਨਿਊਸਲੀ ਚੱਲਣਾ ਚਾਹੀਦਾ। ਚਲੋ ਹੁਣ ਆਪਾਂ ਜਾਂਚ ਤੇ ਆਨੇ ਆ, ਤੁਸੀਂ ਵਧੀਆ ਗੱਲ ਛੇੜਤੀ ਖੁਦ ਹੀ। ਆ ਜਿਹੜੀ ਚਾਰਜ ਸ਼ੀਟ ਦੀ ਕਾਪੀ ਹੈ, ਇਹ ਚਾਰਜ ਸ਼ੀਟ ਦੀ ਕਾਪੀ ਸਾਫ਼ ਦੱਸਦੀ ਹੈ ਕਿ ਜਿਹੜੇ ਐਸਐਸਪੀ ਉਸ ਵੇਲੇ ਸਨ ਉਹਨਾਂ ਨੇ ਤੈਸ਼ ਚਾ ਕੇ ਗੋਲੀ ਚਲਾਈ, ਉਹਨਾਂ ਦਾ ਕਸੂਰ ਸੀ। ਸੰਗਤ ਬੜੇ ਠਰਮੇ ਦੇ ਨਾਲ ਉੱਥੇ ਪਾਠ ਪੂਜਾ ਕਰ ਰਹੀ ਸੀ ਔਰ ਉਹਨਾਂ ਨੂੰ ਜ਼ਬਰਦਸਤੀ ਉਠਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਗੱਲ ਲਗਾਤਾਰ ਹੀ ਇਹ ਸਾਹਮਣੇ ਆਂਦੀ ਰਹੀ ਹੈ ਕਿ ਸ਼ਾਂਤ ਸੁਭਾਅ ਦੇ ਨਾਲ ਪਾਠ ਕਰ ਰਹੀ ਸੰਗਤ ਉੱਤੇ ਗੋਲੀ ਚਲਾਈ ਗਈ। ਪਹਿਲਾਂ ਤਾਂ ਮੈਨੂੰ ਇੱਕ ਗੱਲ ਜਿਹੜੀ ਆ ਉਹ ਜ਼ਰੂਰ ਕਲੀਅਰ ਕਰਦਾ, ਕਿਉਂਕਿ ਬਾਅਦ ਚ ਰਹਿ ਨਾ ਜਾਵੇ। ਮੈਂ ਇਸ ਗੱਲ ਤੇ ਵੀ ਆਉਣਾ, ਇਹ ਵੀ ਤੁਹਾਡੀ ਬੜੀ ਇੰਪੋਰਟੈਂਟ ਗੱਲ ਆ। ਪਹਿਲਾਂ ਤਾਂ ਸਾਰਾ ਚਲਾਨ ਪੜ੍ਹ ਦਿਓ, ਮੈਨੂੰ ਇਹ ਦੱਸੋ ਕਿ ਇਹਦੇ ਚ ਕਿਸੇ ਵੀ ਬਾਦਲ ਸਾਹਿਬ ਦਾ ਤਾਂ ਛੱਡੋ, ਸਰਦਾਰ ਸੁਖਬੀਰ ਸਿੰਘ ਬਾਦਲ ਛੱਡੋ, ਕਿਸੇ ਪਿੰਡ ਪੱਧਰ ਦੇ ਵੀ ਕਿਸੇ ਅਕਾਲੀ ਵਰਕਰ ਦਾ ਇਹਦੇ ਚ ਨਾਮ ਹੋਵੇ। ਇਹ ਚਲਾਨ ਕੈਪਟਨ ਅਮਰਿੰਦਰ ਸਿੰਘ ਦੀ ਐਸਆਈਟੀ ਨੇ ਪੇਸ਼ ਕੀਤਾ। ਹਾਂ, ਨਹੀਂ ਮੈਂ ਉਹ ਪੜ੍ਹ ਲਿਆ ਸਾਰਾ, ਕਿਸੇ ਵੀ ਲੀਡਰ ਦਾ ਨਾਮ ਅਖਬਾਰਾਂ ਨੇ ਵੀ ਪਹਿਲਾਂ ਇਹਦੀ ਰਿਪੋਰਟ ਛਾਪੀ ਹੈ। ਚੀਮਾ ਸਾਹਿਬ ਦੇ ਵਿੱਚ ਇਹ ਵੀ ਤਾਂ ਹੈ ਨਾ, ਪਹਿਲਾਂ ਕਲੀਅਰ ਹੋ ਜਾਣਾ ਚਾਹੀਦਾ ਲੋਕਾਂ ਨੂੰ। ਇਹ ਗੱਲ ਕਲੀਅਰ ਹੈ, ਇਹ ਜਿਹੜਾ ਕੈਪਟਨ ਅਮਰਿੰਦਰ ਸਿੰਘ ਇਸ ਚਾਰਜ ਸ਼ੀਟ ਦੇ ਵਿੱਚ ਕਿਸੇ ਵੀ ਪੋਲੀਟੀਕਲ ਲੀਡਰ ਦਾ ਨਾਮ ਨਹੀਂ ਹੈ। ਠੀਕ ਹੈ, ਪਹਿਲੀ ਗੱਲ। ਇੱਥੇ ਦੋ ਜਿਹੜੇ ਵਿਅਕਤੀ ਹੈ ਸ਼ਹੀਦ ਹੋਏ ਸੀ। ਹਾਂ, ਇਹ ਉਹ ਜਗ੍ਹਾ ਹੈ ਬਹਿਬਲ ਕਲਾਂ, ਇਸੇ ਜਗ੍ਹਾ ਦੇ ਉੱਤੇ ਗੋਲੀ ਦੇ ਨਾਲ ਦੋ ਵਿਅਕਤੀ ਸ਼ਹੀਦ ਹੋਏ ਸੀ। ਇਹਦੇ ਵਿੱਚ ਜਿਹੜਾ ਚਲਾਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੇਸ਼ ਕੀਤਾ ਔਰ ਜਿਹੜਾ ਫਰੀਦਕੋਟ ਦੀ ਕੋਰਟ ਦੇ ਵਿੱਚ ਜਾ ਚੁੱਕਿਆ, ਉਹਦੇ ਵਿੱਚ ਇੱਕ ਵੀ ਕਿਸੇ ਪੋਲੀਟੀਕਲ ਲੀਡਰ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਐਲੀਗੇਸ਼ਨ ਦੂਰ ਤੱਕ ਵੀ ਜਿਹੜੀ ਆ ਉਹ ਨਹੀਂ ਲੱਗੀ। ਠੀਕ ਹੈ। ਫਿਰ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਦਾ ਕਿ ਹਾਲੇ ਵੀ ਸਟੇਜਾਂ ਤੇ ਝੂਠ ਮਾਰਨੋਂ ਨਹੀਂ ਹਟਦੇ। 15 ਦਿਨ ਹੋ ਗਏ, ਤੁਸੀਂ ਚਲਾਨ ਕੋਈ ਦੇ ਆਇਓ, ਹੁਣ ਵੀ ਉੱਥੇ ਜਾ ਕੇ ਦੂਜੇ ਪਾਸੇ ਕਹੀ ਜਾਂਦੇ ਹੋ ਕਿ ਦੇਖਿਓ ਮੈਂ ਇੰਨੀ ਤਰੀਕ ਤੋਂ ਅੰਦਰ ਕਰ ਦੂੰਗਾ। ਫਿਰ ਰਾਜਨੀਤੀ ਨਹੀਂ ਹੈ ਤੇ ਕੀ? ਜਦੋਂ ਇਹ ਖਬਰ ਲੀਕ ਹੋਈ ਸੀ, ਜਦੋਂ ਇਹ ਖਬਰ ਅਖਬਾਰ 'ਚ ਵੀ ਛਪੀ ਸੀ ਕਿ ਕਿਸੇ ਪੋਲੀਟੀਕਲ ਲੀਡਰ ਦਾ ਨਾਮ ਨਹੀਂ ਹੈ, ਉਸ ਤੋਂ ਬਿਲਕੁਲ ਹੀ ਅਗਲੇ ਦਿਨ ਇੱਕ ਪ੍ਰੈਸ ਨੋਟ ਪੰਜਾਬ ਪੁਲਿਸ ਦਾ ਜਾਰੀ ਹੋਇਆ ਸੀਗਾ ਕਿ ਕਿਸੇ ਨੂੰ ਵੀ ਕਲੀਨ ਚਿੱਟ ਨਹੀਂ ਦਿੱਤੀ ਗਈ। ਇਸ ਚਾਰਜ ਸ਼ੀਟ ਦਾ ਮਤਲਬ ਇਹ ਨਹੀਂ ਹੈ ਕਿ ਇਹ ਸਭ ਕੁਝ ਫਾਈਨਲ ਹੋ ਗਿਆ ਔਰ ਮਾਮਲਾ ਸਾਰਾ ਕਲੋਜ਼ ਹੋ ਗਿਆ। ਇਸ ਦੇ ਵਿੱਚ ਉਹਨਾਂ ਨੇ ਕਲੀਨ ਚਿੱਟ ਨਹੀਂ ਦਿੱਤੀ। ਉਹ ਤਾਂ ਇਹ ਦਾਅਵਾ ਕਰਦੇ ਨੇ ਕਿ ਹਜੇ ਹੋਰ ਵੀ ਬੜਾ ਕੁਝ ਜਮ੍ਹਾਂ ਹੋਣਾ ਹੈ, ਉਸ ਤੋਂ ਬਾਅਦ ਸਾਰਾ ਖੁਲਾਸਾ ਹੋਏਗਾ। ਫਿਰ ਮੈਂ ਉਹਨਾਂ ਨੂੰ ਪੁੱਛਦਾ ਵੀ ਉਹਨਾਂ ਨੂੰ ਇਨਕੰਪਲੀਟ ਚਲਾਨ ਦੇਣ ਦੀ ਫਟਾਫਟ ਅਦਾਲਤ 'ਚ ਕੀ ਲੋੜ ਸੀ? ਕਿ ਤੁਸੀਂ ਕੇਸ ਕਮਜ਼ੋਰ ਕਰਨਾ ਚਾਹੁੰਦੇ ਹੋ? ਸਪਲੀਆਂ ਹਜੇ ਦੇਣਗੇ ਨਾ ਫਿਰ, ਕਿ ਜਾਂ ਇਲੈਕਸ਼ਨ ਸਿਰ ਤੇ ਆ ਗਈ ਸੀ ਕੋਈ, ਉਹਦੀ ਮਜਬੂਰੀ ਸੀ? ਪੁਲਿਸ ਇੰਨੇ ਸਾਲਾਂ ਤੋਂ ਇਨਵੈਸਟੀਗੇਟ ਕਰ ਰਹੀ ਹੈ ਤੇ ਉਹਨੂੰ ਹਾਲੇ ਵੀ ਲੱਗਦਾ ਕਿ ਇਨਕੰਪਲੀਟ ਇਨਵੈਸਟੀਗੇਸ਼ਨ ਦਾ ਮਤਲਬ ਕਿ ਤੁਸੀਂ ਕੇਸ ਨੂੰ ਕਮਜ਼ੋਰ ਕਰ ਰਹੇ ਹੋ। ਜੇ ਤੁਹਾਡੇ ਕੋਲੇ ਹਾਲੇ ਤੱਥ ਪੂਰੇ ਨਹੀਂ ਸੀ, ਤੁਹਾਨੂੰ ਚਲਾਨ ਪੇਸ਼ ਕਰਨ ਦੀ ਕੀ ਲੋੜ ਸੀ? ਜਿਸ ਤਰੀਕੇ ਤੁਸੀਂ ਕੇਸ ਹੈਂਡਲ ਕਰ ਰਹੇ ਹੋ, ਇਹ ਪਹਿਲੀ ਵਾਰੀ ਹੈ ਕਿ 302 ਦਫਾ ਲੱਗੀ ਹੈ ਤੇ ਜਿਹੜੇ ਤੇ ਲੱਗੀ ਹੈ ਸਾਰਿਆਂ ਦੀ ਜ਼ਮਾਨਤਾਂ ਵੀ ਜਿਹੜੀ ਆ ਪੇਸ਼ਗੀ ਜਿਹੜੀ ਆ ਅਦਾਲਤ ਲਈ ਜਾ ਰਹੀ। ਫਿਰ ਕਿੱਥੇ ਗੜਬੜ? ਜਿਹੜੇ ਅਫਸਰ ਕਹਿੰਦੇ ਆ ਕਿ ਅਸੀਂ ਇੰਨੇ ਕੰਪੀਟੈਂਟ ਆ, ਜੇ ਹਾਲੇ ਪਹਿਲੀ ਤੇ ਗੱਲ ਜਿਹੜਾ ਉਦੋਂ ਪ੍ਰੈਸ ਬਿਆਨ ਜਾਰੀ ਹੋਇਆ ਸੀ ਉਹਦੇ 'ਚ ਕਿਸੇ ਦਾ ਨਾਂ ਕਿਉਂ ਨਹੀਂ ਛਪਿਆ? ਕਿਸੇ ਨਾ ਕਿਸੇ ਅਫਸਰ ਨੂੰ ਤਾਂ ਜ਼ਿੰਮੇਵਾਰੀ ਲੈਣੀ ਚਾਹੀਦੀ ਸੀ। ਕਦੀ ਸੁਣਿਆ ਕਿ ਬੇਨਾਮੀ ਬਿਆਨ ਵੀ ਸਰਕਾਰ ਜਾਰੀ ਕਰੇ, ਬੇਨਾਮੀ ਬਿਆਨ ਵੀ ਪੁਲਿਸ ਜਾਰੀ ਕਰੇ? ਪਹਿਲਾਂ ਕਿਸੇ ਦਾ ਤਾਂ ਹੁੰਦਾ ਨਾ ਕਿ ਇਹ ਬਿਆਨ ਡੀਜੀਪੀ ਵੱਲੋਂ ਆਇਆ, ਇਹ ਬਿਆਨ ਐਸਆਈਟੀ ਦੇ ਚੀਫ ਵੱਲੋਂ ਹੈ, ਕੱਲਾ ਸਰਕਾਰੀ ਇੱਕ ਬਿਆਨ ਵਿੱਚ ਇਹ ਤਾਂ ਕਦੀ ਨਹੀਂ ਹੁੰਦਾ। ਚਲੋ ਮੈਨੂੰ ਜਾਰੀ ਉਹਨੂੰ ਕੋਈ ਕਰ ਸਕਦਾ। ਚਲੋ ਤੁਹਾਨੂੰ ਥੋੜੀ ਜਿਹੀ ਲੀਗਲ ਨੌਲੇਜ ਹੈਗੀ ਹੈ, ਤੁਸੀਂ ਮੈਨੂੰ ਇਹ ਦੱਸੋ ਇਹ ਚਾਰਜ ਸ਼ੀਟ ਦਾਖਲ ਕਰਨ ਦਾ ਮਤਲਬ ਕੀ? ਪਹਿਲੀ ਗੱਲ ਇਹ ਕਹਿੰਦੇ ਨੇ ਕਿ ਇਹ ਚਾਰਜ ਸ਼ੀਟ ਸਿਰਫ ਚਰਨਜੀਤ ਦੇ ਖਿਲਾਫ ਹੈਗੀ, ਚਰਨਜੀਤ ਸ਼ਰਮਾ ਦੇ ਖਿਲਾਫ ਹੈਗੀ ਹੈ। ਜਿਹੜੇ ਬਾਕੀ ਮੁਲਜ਼ਮ ਨੇ ਉਹਨਾਂ ਦਾ ਤਾਂ ਹਜੇ ਹਵਾਲਾ ਸੀ ਜਮ੍ਹਾਂ ਕਰਾਣਾ ਹੈ, ਉਸ ਤੋਂ ਬਾਅਦ ਬੜੇ ਸਾਰੇ ਨਾਮ ਆਣਗੇ ਵਿੱਚ। ਸਰਦਾਰ ਸਾਹਿਬ, ਐਡੀ ਵੱਡੀ ਠੱਗੀ, ਇੰਨਾ ਵੱਡਾ ਝੂਠ ਲੋਕਾਂ ਕੋਲ ਬੋਲੀ ਜਾਂਦੇ। ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਸੀ ਵੀ ਤੁਹਾਡੇ ਵੇਲੇ ਕੀ ਹੋਇਆ ਸੀ, ਇਹ ਹੁਣ ਚਲਾਨ ਪੜ੍ਹ ਲਓ ਤੁਸੀਂ, ਇਹਦਾ 18 ਨੰਬਰ ਪੇਜ ਹੈ ਜੀ। ਇਹ ਸਾਰਾ ਜਿਹੜਾ ਪੇਸ਼ ਕੀਤਾ ਇਹ ਜਿਹੜੀ ਐਸਆਈਟੀ ਉਸ ਵੇਲੇ ਸਹੋਤਾ ਸਾਹਿਬ ਦੀ, ਇਕਬਾਲਪ੍ਰੀਤ ਸਿੰਘ ਸਹੋਤਾ, ਉਹਦਾ ਆਧਾਰ ਬਣਾ ਕੇ ਉਹਦੇ ਆਧਾਰ ਦੇ ਉੱਤੇ ਹੀ ਚਰਨਜੀਤ ਸ਼ਰਮਾ ਨੂੰ ਦੋਸ਼ੀ ਠਹਿਰਾਇਆ ਹੋਇਆ। ਆ ਪੜ੍ਹ ਲਓ। ਜੇ ਇਹ ਐਸਆਈਟੀ ਦੀ ਜਿਹੜੀ ਰਿਪੋਰਟ 2015 ਚ ਉਸ ਵੇਲੇ ਇਕਬਾਲਪ੍ਰੀਤ ਸਿੰਘ ਸਹੋਤਾ ਸੀਗੇ, ਉਹਦੇ ਚ ਖੱਟੜਾ ਸਾਹਿਬ ਸੀਗੇ, ਉਹਦੇ ਚ ਚਾਹਲ ਸਾਹਿਬ ਸੀਗੇ ਡੀਏਜੀ, ਉਹਨਾਂ ਨੇ ਉਸ ਵੇਲੇ ਜਿਹੜਾ ਹੈਗਾ ਚਰਨਜੀਤ ਸ਼ਰਮਾ ਨੂੰ ਇੰਡਕਟ ਕੀਤਾ ਸੀ, ਸਸਪੈਂਸ਼ਨ ਕੀਤੀ ਸੀ ਉਹਦੀ। 17/10/2015 ਨੂੰ ਹੋਮ ਮਿਨਿਸਟਰੀ ਦਾ ਆਰਡਰ ਚਲਾਨ ਦੇ ਵਿੱਚ ਲੱਗਿਆ, ਕਿਉਂਕਿ ਇਹ ਚੀਜ਼ਾਂ ਰਿਕਾਰਡ ਚੋਂ ਨਹੀਂ ਨਾ ਨਿਕਲ ਸਕਦੀਆਂ। ਜਿਹੜਾ ਸਟੇਜ ਤੇ ਸਾਰਾ ਕੁਝ ਝੂਠ ਬੋਲਿਆ ਜਾ ਸਕਦਾ, ਜਦੋਂ ਅਦਾਲਤ 'ਚ ਜਾਊਗਾ ਤਾਂ ਜਦੋਂ ਜਿਸ ਦਿਨ ਤੋਂ ਕੇਸ ਹੋਇਆ, ਜਿਸ ਦਿਨ ਤੋਂ FIR ਹੋਈ, ਕਿੰਨੇ ਕੀ ਕੀਤਾ ਲਿਖਣਾ ਪਊਗਾ। ਚਲੋ ਸਰਲ ਭਾਸ਼ਾ 'ਚ ਇਹ ਕਹਿਣਾ ਚਾਹੁੰਦੇ ਹੋ ਕਿ ਜਦੋਂ ਤੁਹਾਡੀ SIT ਸੀਗੀ, ਉਹਨੇ ਜਦੋਂ ਇਹ ਕਿਹਾ ਕਿ ਚਰਨਜੀਤ ਸ਼ਰਮਾ ਦੋਸ਼ੀ ਹੈ, ਤੁਸੀਂ ਨਾਲ ਦੇ ਨਾਲ ਉਹਨੂੰ ਮੁਅੱਤਲ ਕਰ ਦਿੱਤਾ, ਉਹਦੇ ਤੇ ਪਰਚਾ ਹੋਊ। ਮੈਂ ਨਹੀਂ ਕਹਿ ਰਿਹਾ, ਇਹਨਾਂ ਦਾ ਚਲਾਨ ਕਹਿ ਰਿਹਾ। ਮੇਰੀ ਗੱਲ ਤਾਂ ਸਾਫ਼ ਕਹਿ ਦੇਣਗੇ ਕਿ ਇਹ ਤਾਂ ਬਾਲ ਸਾਹਿਬ ਨੇ ਭੇਜਿਆ ਸੀ ਝੂਠ ਬੋਲਣ ਵਾਸਤੇ। ਇਹ SIT ਜਿਹੜੀ ਹੁਣ SIT ਕੈਪਟਨ ਅਮਰਿੰਦਰ ਸਿੰਘ ਦੀ ਪੇਸ਼ ਕਰ ਰਹੀ ਹੈ, ਇਹ ਹਵਾਲਾ ਦੇ ਰਹੀ ਹੈ ਉਹਦੇ ਵਿੱਚ।
ਕਿ ਉਸ ਵੇਲੇ ਜਿਹੜਾ ਸਰਦਾਰ ਇਕਬਾਲ ਪ੍ਰੀਤ ਸਿੰਘ ਸੋਤਾ ਦੀ ਉਹਨੇ ਕਿਹਾ ਸੀ ਕਿ ਇਸ ਅਫਸਰ ਦਾ ਕਸੂਰ ਹੈ, ਇਹਨੂੰ ਇਮੀਡੀਏਟਲੀ ਸਸਪੈਂਡ ਕੀਤਾ ਜਾਣਾ ਚਾਹੀਦਾ। ਹੋਮ ਮਿਨਿਸਟਰੀ ਦੇ ਆਰਡਰ ਵਿੱਚ ਲਾ ਰਹੇ ਚਲਾਉਂਦੇ ਕੋਈ ਤੁਹਾਡਾ ਆਰਡਰ ਤਾਂ ਵਿੱਚ ਲੱਗਿਆ ਨਹੀਂ, ਇਹਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੋਈ ਨਵਾਂ ਕੀਤਾ ਹੋਵੇ, ਕਿਤੇ ਨਹੀਂ ਉਹਦੇ ਚਲਾਉਣ ਦੇ ਵਿੱਚ। ਚਲੋ ਇੱਕ ਛੋਟੇ ਜਿਹੇ ਬ੍ਰੇਕ ਲਈ ਇੱਥੇ ਰੁਕ ਰਹੇ ਹਾਂ। ਬ੍ਰੇਕ ਤੋਂ ਬਾਅਦ ਵੀ ਸਾਡੀ ਚੋਣ ਚਰਚਾ ਚੱਲਦੀ ਰਹੇਗੀ। SIT ਤੁਸੀਂ ਜਿਹੜੀ ਹੈ ਚਾਰਜ ਸ਼ੀਟ ਇਹ ਤੁਸੀਂ ਪੜ੍ਹ ਲਈ, ਤੁਹਾਡੀ ਜਿਹੜੀ SIT ਦੀ ਰਿਪੋਰਟ ਸੀ ਉਹ ਵੀ ਤੁਸੀਂ ਯਕੀਨਨ ਪੜ੍ਹੀ ਹੋਣੀ ਹੈ। ਜਦੋਂ ਤੁਸੀਂ ਦੋਵਾਂ ਨੂੰ ਦੇਖਦੇ ਹੋ, ਤੁਹਾਡੀ ਤਾਂ ਇਹਦੇ ਵਿੱਚ ਹੀ ਹੈ, ਸਾਡੇ ਵਾਲੀ ਦੇ ਵਿੱਚ ਹੀ ਲੱਗ ਗਈ। ਜਦੋਂ ਤੁਸੀਂ ਇਹਨਾਂ ਦੋਵਾਂ ਨੂੰ ਦੇਖਦੇ ਹੋ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਵੱਖਰਾ ਹੋਇਆ 2.5 ਸਾਲਾਂ ਦੇ ਵਿੱਚ, 2.5 ਸਾਲਾਂ ਦੇ ਵਿੱਚ? ਕਿਹੜੀ ਅਜਿਹੀ ਗੱਲ ਹੈਗੀ ਹੈ ਜਿਹੜੀ ਨਵੀਂ ਹੈ, ਜਾਂ ਕਿਹੜੀ ਅਜਿਹੀ ਗੱਲ ਸੀ ਜਿਹੜੀ ਤੁਹਾਡੀ SIT ਨੇ ਅੱਖੋਂ ਪਰੋਖੇ ਕਰਤੀ ਸੀ ਜੋ ਇੱਥੇ ਐਡ ਆਨ ਹੋਈ ਹੈ? ਮੈਂ ਕਹਿੰਦਾ ਵੀ ਜੇ ਕੋਈ ਨਵਾਂ ਹੁੰਦਾ ਤੇ ਫਿਰ ਐਸ SIT ਨੂੰ ਹੂ ਬਹੂ ਕੋਟ ਕਰਕੇ ਚਲਾਨ ਦੇ ਵਿੱਚ ਦੇਣ ਦੀ ਕੀ ਲੋੜ ਸੀ? ਸਿਰਫ ਇਹ ਨਵਾਂ ਕਿ 2.5 ਸਾਲ ਆਪਣੀ ਰਾਜਨੀਤੀ ਕਰਨ ਵਾਸਤੇ ਇਸ ਚਲਾਨ ਨੂੰ ਡੇਟ ਕੀਤਾ, ਨਹੀਂ ਤਾਂ ਹੁਣ ਤੱਕ ਇਹਦਾ ਫੈਸਲਾ ਹੋ ਜਾਂਦਾ। ਜੇ ਆਉਂਦਿਆਂ ਸਾਰ ਹੀ ਉਸੇ SIT ਦੀ ਰਿਪੋਰਟ ਦੇ ਬੇਸ ਤੇ ਚਲਾਨ ਚਲਾ ਜਾਂਦਾ, ਗਵਾਹੀਆਂ ਹੋ ਜਾਂਦੀਆਂ ਟਾਈਮ ਸਿਰ, ਜਿੰਨਾ ਸਮਾਂ ਲੈਪਸ ਹੋਇਆ ਉਹਨਾਂ ਕਿਸੇ ਨਾ ਕਿਸੇ ਤਰੀਕੇ ਕੇਸ ਕਮਜ਼ੋਰ ਹੁੰਦਾ। ਇਹ ਇਹਨਾਂ ਦੀ ਗੰਦੀ ਰਾਜਨੀਤੀ ਕਰਕੇ, ਕਿਉਂਕਿ ਇਹਨਾਂ ਨੇ ਰੋਜ਼ ਬਿਆਨ ਦੇਣੇ ਸੀ ਕਿ ਹੁਣ ਆਹ ਨਿਕਲੂਗਾ, ਹੁਣ ਫਲਾਣਾ ਨਿਕਲੂਗਾ, ਹੁਣ ਇਹਨੂੰ ਸੱਦ ਲਓ, ਹੁਣ ਉਹਨੂੰ ਸੱਦ ਲਓ। ਉਹ ਜਿਹੜੀ ਰਾਜਨੀਤਿਕ ਲੜਾਈ ਜਿਹੜੀ ਚੱਲਦੀ ਪਈ ਸੀ ਉਹ ਨਹੀਂ ਸੀ ਖੇਡੀ ਜਾਣੀ ਜੇ ਆਹ 2.5 ਨਾ ਚੱਲਦੇ। ਤੇ ਜੇ ਇਹ ਵਿਸ਼ਵਾਸ ਨਾਲ ਚੱਲਦੇ, ਕਾਨੂੰਨ ਦੇ ਮੁਤਾਬਕ ਚੱਲਦੇ, ਆਪਣੀ ਜਿਹੜੀ ਪਹਿਲੀ SIT ਦੀ ਜੇ ਹੁਣ ਆ ਕੇ 2.5 ਸਾਲ ਬਾਅਦ ਉਹਦੀ ਰਿਪੋਰਟ ਮੰਨਣੀ ਸੀ ਤੇ ਉਸੇ ਨੂੰ ਉਦੋਂ ਫਾਲੋ ਕਰ ਲੈਂਦੇ, ਹੁਣ ਤੱਕ ਕੇਸ ਵੀ ਟਿਕਾਣੇ ਲੱਗਿਆ ਹੁੰਦਾ। ਅੱਛਾ, ਹੁਣ ਮੈਨੂੰ ਇੱਕ ਗੱਲ ਦੱਸੋ, ਇਹ ਜਿਹੜੀ ਵਾਰ-ਵਾਰ ਗੱਲ ਕੀਤੀ ਜਾ ਰਹੀ ਹੈ, ਲੋਕਾਂ ਦੇ ਜ਼ਿਹਨ 'ਚ ਪਾਈ ਜਾ ਰਹੀ ਹੈ ਕਿ ਇਹ ਜਿਹੜੀ ਚਾਰਜ ਸ਼ੀਟ ਹੈਗੀ ਹੈ ਇਹ ਸਿਰਫ ਇੱਕ ਚਾਰਜ ਸ਼ੀਟ ਹੈਗੀ ਹੈ, ਇਹ ਤੋਂ ਇਲਾਵਾ ਹੋਰ ਹਲੇ ਬਹੁਤ ਕੁਝ ਸ਼ਾਮਲ ਹੋਣਾ ਹੈ, ਬੜੀਆਂ ਸਪਲੀਆਂ ਆਣੀਆਂ, ਹਲੇ ਬਹੁਤ ਕੁਝ ਹਜੇ ਡਾਕੂਮੈਂਟ ਜਮ੍ਹਾਂ ਕਰਾਣੇ ਆ, ਉਹਦੇ ਵਿੱਚ ਪੋਲੀਟੀਕਲ ਲੀਡਰਾਂ ਦੇ ਨਾਮ ਆਣਗੇ। ਇਹ ਹੁਣ ਡਿਪੈਂਡ ਕਰਦਾ ਇਲੈਕਸ਼ਨਾਂ ਕਿੰਨੀਆਂ ਆਉਂਦੀਆਂ। ਲੱਗਦਾ ਹੈ ਕਿ ਕਾਂਗਰਸ ਸਰਕਾਰ ਦਾ ਭੋਗ ਇਸੇ ਇਲੈਕਸ਼ਨ ਤੋਂ ਬਾਅਦ ਪੈ ਜਾਏਗਾ, ਫਿਰ ਤਾਂ ਗੱਲ ਖਤਮ ਹੋ ਜਾਣੀ, ਕਿਉਂਕਿ ਚਲਾਨ ਹੈ। ਮੈਂ ਪਹਿਲੇ ਕਲੀਅਰ ਕੀਤਾ ਵੀ ਜੇ ਇਹ ਚਲਾਨ ਇਨਕੰਪਲੀਟ ਹੈ ਤਾਂ ਕੀ ਮਜਬੂਰੀ ਹੈ ਕਿ ਇਲੈਕਸ਼ਨਾਂ ਕਰਕੇ ਕਰ ਇਹਨਾਂ ਨੂੰ ਤਾਂ ਖੈਰ ਪਤਾ ਨਹੀਂ ਸੀ ਕਿ ਚਲਾਨ ਬਾਹਰ ਆ ਜਾਏਗਾ। ਜੇ ਚਲਾਨ ਕੰਪਲੀਟ ਨਹੀਂ ਸੀ ਕਿਉਂ ਕੀਤਾ? ਜੇ ਚਲਾਨ ਦੇਤਾ ਔਰ ਜਿੰਨੇ ਲੋਕੀ ਜਿਹੜੇ ਆ ਲੀਗਲ ਸਿਸਟਮ ਨੂੰ ਸਮਝਦੇ ਆ, ਠੀਕ ਹੈ, ਸਪਲੀਮੈਂਟਰੀ ਚਲਾਨ ਤੁਸੀਂ ਫਾਈਲ ਕਰ ਸਕਦੇ ਹੋ ਕਿ ਜਿਹੜੀ ਚੀਜ਼ ਤੁਸੀਂ ਹੁਣੇ ਕੋਈ ਰਹਿ ਗਈ ਹੈ ਤੁਸੀਂ ਉਹ 'ਚ ਕਰ ਸਕਦੇ ਹੋ, ਪਰ ਇਹ ਨਹੀਂ ਕਿ ਤੁਸੀਂ ਨਵੇਂ ਸਿਰੋਂ ਫਿਰ ਕਹਾਣੀ ਘੜ ਸਕਦੇ ਹੋ। ਕੋਈ ਐਕਸਟਰਾ ਸਬੂਤ ਤੁਹਾਡੇ ਕੋਲੇ ਇਹਨਾਂ ਬੰਦਿਆਂ ਦੇ ਖਿਲਾਫ ਆਉਂਦਾ ਤੁਸੀਂ ਦੇ ਸਕਦੇ ਹੋ, ਪਰ ਇਹ ਤਾਂ ਨਹੀਂ ਕਿ ਹੁਣ ਤੁਸੀਂ ਨਵੀਂ ਕਹਾਣੀ ਘੜੋਗੇ ਕਿ ਫਿਰ ਕੋਈ ਲੱਭ ਕੇ ਲਿਆਓਗੇ ਜਲਾਲ ਤੇ ਉਹ ਨਵੇਂ ਫਿਲਮ ਸਟਾਰ ਦਾ ਨਾਮ ਲਏਗਾ ਤੇ ਫਿਰ ਤੁਸੀਂ ਉਹਨੂੰ ਸੱਦੋਗੇ ਤੇ ਆਹ ਹੋਇਆ ਤੇ ਇਦਾਂ ਹੋਇਆ। ਚਲਾਨ ਤਾਂ ਹੁਣ ਦੇਤਾ ਨਾ, ਔਰ ਇਹੀ ਘਟਨਾ ਸਭ ਤੋਂ ਸੀਰੀਅਸ ਸੀ ਕਿਉਂਕਿ ਇੱਥੇ 2 ਵਿਅਕਤੀ ਸ਼ਹੀਦ ਹੋਏ ਸੀ। ਅੱਛਾ, ਇੱਕ ਗੱਲ ਦੱਸੋ ਚੀਮਾ ਸਾਹਿਬ, ਹੁਣ ਤੁਸੀਂ ਇਹ ਮੰਨਦੇ ਹੋ ਨਾ ਕਿ ਇਹ SIT ਨੇ ਜੋ ਵੀ ਆਪਣਾ ਚਲਾਨ ਜਮ੍ਹਾਂ ਕਰਾਇਆ ਠੀਕ ਜਮ੍ਹਾਂ ਕਰਾਇਆ, ਫਿਰ ਤੁਹਾਡਾ ਵਿਰੋਧ ਕਿਉਂ ਸੀ? ਨਹੀਂ, ਇਸ SIT ਦੇ ਖਿਲਾਫ ਤੁਹਾਡਾ ਵਿਰੋਧ ਕਿਉਂ ਸੀ? ਮੇਰਾ ਇਹ ਮੰਨਣਾ ਨਹੀਂ ਕਿ SIT ਨੇ ਠੀਕ ਕੀਤਾ ਕਿ ਨਹੀਂ ਕੀਤਾ ਜਾਂ ਇਹ ਸਹੀ ਹੈ, ਕਿਉਂਕਿ ਕੋਰਟ ਦਾ ਕੰਮ ਹੈ। ਇਹਨਾਂ ਨੇ ਲੀਗਲੀ ਆਪਣਾ ਜੋ ਇਨਵੈਸਟੀਗੇਸ਼ਨ ਹੈ ਉਹ ਕੋਰਟ ਨੂੰ ਦਿੱਤੀ ਹੈ, ਹੁਣ ਕੋਰਟ ਦੇਖੇਗੀ ਕਿ ਇਹ ਠੀਕ ਹੈ ਕਿ ਨਹੀਂ ਠੀਕ ਹੈ। ਨਹੀਂ, ਪਰ ਜਦੋਂ ਵਾਰ-ਵਾਰ ਆਪਾਂ ਇਸ ਗੱਲ ਦਾ ਵਿਰੋਧ ਕਰਦੇ ਸੀਗੇ ਕਿ ਇਹਨਾਂ ਨੇ ਪੋਲੀਟੀਕਲ ਕਿਡ ਕੱਢਣੀ ਹੈ, SIT ਦੇ ਜ਼ਰੀਏ ਸਾਨੂੰ ਫਸਾਉਣ ਦਾ ਕੰਮ ਕਰਨਾ ਹੈ, ਪਰ ਜਦੋਂ ਹੁਣ ਤੁਸੀਂ ਇਹ ਕਾਪੀ ਦੇਖਦੇ ਹੋ ਪਰ ਇਹਦੇ ਵਿੱਚ ਤਾਂ ਤੁਸੀਂ ਫਸਦੇ ਨਹੀਂ, ਤੁਸੀਂ ਕਹਿੰਦੇ ਕੋਈ ਨਾਮ ਹੀ ਨਹੀਂ ਆ ਰਿਹਾ ਸਾਡਾ। ਰੋਣਾ ਹੀ ਇਹ ਨਾ ਵੀ ਫਸਾ ਕਿੱਦਾਂ ਦਿਓਗੇ? 98 ਗਵਾਹ ਇਹਦੇ 'ਚ ਦਰਜ ਆ, ਕਿਸੇ ਇੱਕ ਨੇ ਵੀ ਕਿਸੇ ਲੀਡਰ ਦਾ ਨਾਮ ਲਿਆ? ਤੁਹਾਡੇ ਚਲਾਨ ਹੈ ਨਾ, ਜੋ ਤੁਸੀਂ ਜਿੰਨੇ ਉਹੀ ਵਿਚਾਰੇ ਜਿਹੜੇ ਪਿੰਡ ਦੇ ਲੋਕ ਸੀ ਜਿਹੜੇ ਧਰਨਾ ਦੇ ਰਹੇ ਸੀ ਉਹਨਾਂ ਦੇ ਸਾਰਿਆਂ ਦੇ ਗਵਾਹ ਨੇ ਨਾ, ਉਹ ਕਿਉਂ ਝੂਠ ਬੋਲਣਗੇ? ਜੋ ਸਹੀ ਸੀ ਗੱਲ ਉਹਨਾਂ ਨੇ ਮੌਕੇ ਦੇ ਉੱਤੇ, ਇਹਨਾਂ ਦਾ ਜ਼ੋਰ ਇਸੇ ਕਰਕੇ ਲੱਗਿਆ ਸੀ ਕਿ ਕਿਸੇ ਨਾ ਕਿਸੇ 2.5 ਸਾਲ ਇਸੇ ਕਹਾਣੀ ਘੜਦਾ ਹੋਗੇ ਕਿ ਕੋਈ ਫਿੱਟ ਬਹਿੰਦਾ ਕਿ ਨਹੀਂ ਬਹਿੰਦਾ, ਹੋਰ ਤਾਂ ਕੋਈ ਗੱਲ ਨਹੀਂ ਸੀ। ਕੱਲ ਕੀ ਸੀ ਅਖੀਰ ਦੇ ਉੱਤੇ ਆਫਟਰ ਆਲ ਜਿਹੜਾ ਇਨਵੈਸਟੀਗੇਸ਼ਨ ਕਰ ਰਿਹਾ ਹੁਣ ਧੱਕੇ ਨਾਲ ਨਵਾਂ ਬੰਦਾ ਮਾਰ ਕੇ ਤਾਂ ਸਾਡੇ ਗੱਲ ਨਹੀਂ ਪਾ ਦੂਗਾ। ਆਫਟਰ ਜੋ ਹੋਇਆ ਉਹੀ ਹੋਇਆ, ਉਹਦੀ ਕਹਾਣੀ ਹੈ ਪੂਰੀ। ਤੁਸੀਂ ਸਾਰਿਆਂ ਨੂੰ ਬੁਲਾ ਕੇ ਟਿਲ ਲਾ ਲਿਆ ਤੇ ਆ ਜਾ ਕੇ ਜਿਹੜਾ ਫਿਰ ਵਿੱਚੋਂ ਨਿਕਲਿਆ ਕੀ? ਪਰ ਇਹ ਹੈ ਕਿ ਗੰਦ ਪਾਉਣ ਦਾ 2.5 ਸਾਲ ਉਹ ਕਾਂਗਰਸ ਨੂੰ ਟਾਈਮ ਮਿਲ ਗਿਆ ਕਿ ਹਰ ਸਟੇਜ ਦੇ ਉੱਤੇ ਭੰਡਣ ਦਾ ਕਰਨ ਦਾ ਉਹ ਜਿਹੜਾ ਕੰਮ ਸੀ ਉਹ ਇਹਨਾਂ ਦਾ ਜਾਰੀ ਰਿਹਾ। ਆਪਣੀਆਂ ਕਮਜ਼ੋਰੀਆਂ ਤੋਂ ਧਿਆਨ ਹਟਾਉਣ ਦਾ ਉਹ ਟਾਈਮ ਇਹਨਾਂ ਨੇ 2.5 ਸਾਲ ਯੂਟਿਲਾਈਜ਼ ਕੀਤਾ। ਅੱਛਾ, ਹੁਣ ਜਿਹੜਾ ਮਸਲਾ ਇਹ ਹੈ ਕਿ ਲੋਕਾਂ ਦੀ ਇਹ ਮੰਗ ਹੈਗੀ ਹੈ, ਵਾਰ-ਵਾਰ ਮੰਗ ਕਰਦੇ ਨੇ ਕਿ ਜਿਹੜੇ ਮੁਲਜ਼ਮ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ। ਚਲੋ ਇਹਨਾਂ 2.5 ਸਾਲਾਂ ਦੇ ਵਿੱਚ ਹੋਇਆ ਨਹੀਂ ਹੋਇਆ, ਪਰ ਤੁਹਾਨੂੰ ਨਹੀਂ ਲੱਗਦਾ ਕਿ ਇਹਨਾਂ 2.5 ਸਾਲਾਂ ਦੇ ਵਿੱਚ ਜਿਹੜਾ ਵੀ ਅਸਲ ਮੁਲਜ਼ਮ ਸੀਗਾ ਉਸ ਨੂੰ ਫੜ ਕੇ ਅੰਦਰ ਦਿੱਤਾ ਜਾਣਾ ਚਾਹੀਦਾ ਸੀਗਾ? ਇਸ ਨੂੰ ਇੰਨਾ ਲੰਬਾ ਲਟਕਾਇਆ ਕਿਉਂ ਗਿਆ? ਜੇ ਚਾਰਜ ਸ਼ੀਟ ਦੇ ਵਿੱਚ ਕੁਝ ਨਵਾਂ ਹੈ ਹੀ ਨਹੀਂ, ਕੁਝ ਨਵਾਂ ਪਾਇਆ ਹੀ ਨਹੀਂ ਗਿਆ, ਤੇ 2.5 ਸਾਲ ਆਪਾਂ ਲਟਕਾਉਣ ਦਾ ਕੰਮ ਕਿਉਂ ਕੀਤਾ ਸਰਕਾਰ? ਮੈਂ ਤਾਂ ਕਹਿੰਦਾ ਵੀ ਰਾਜਨੀਤੀ ਵਾਸਤੇ ਸਮਾਂ ਚਾਹੀਦਾ ਸੀ।
ਸਵਾ ਲੋਕ ਦੋ ਸਭਾ ਇਲੈਕਸ਼ਨ ਸਾਲ ਦੇ ਦੌਰਾਨ ਕੱਢਾਂਗੇ। ਜਿਹੜੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕੀਤਾ ਤਾਂ ਕੁਛ ਹੈ ਨਹੀਂ। ਹੂੰ, ਫਿਰ ਇਲੈਕਸ਼ਨ ਆਉਣੀ ਸੀ ਹੂੰ, ਤੇ ਇਹਨਾਂ ਨੂੰ ਲੱਗਿਆ ਕਿ ਇਹ ਪੱਤਾ ਪਿਛਲੀ ਇਲੈਕਸ਼ਨ ਦੇ ਵਿੱਚ ਅਸੀਂ ਖੇਡਿਆ ਹੂੰ, ਦੋਨਾਂ ਪਾਰਟੀਆਂ ਨੇ ਰਲ ਕੇ, ਤੇ ਇਸ ਪੱਤੇ ਨਾਲ ਕਾਫੀ ਜਨਤਾ ਨੂੰ ਅਸੀਂ ਗੁੰਮਰਾਹ ਕਰਨ ਦੇ ਵਿੱਚ ਕਾਮਯਾਬ ਹੋ ਗਏ ਸੀ। ਹੂੰ, ਤੇ ਘੱਟੋ ਘੱਟ ਇੱਕ ਵਾਰੀ ਇਹਦੇ ਨਾਲ ਇੱਕ ਇਲੈਕਸ਼ਨ ਪਾਰਲੀਮੈਂਟ ਦੀ ਹੋਰ ਜਿੱਤ ਲਈ। ਹੂੰ, ਪਰ ਗੁਰੂ ਬੜਾ ਸਮਰੱਥ ਹੈ, ਹੂੰ, ਇਸ ਕਰਕੇ ਗੁਰੂ ਨੇ ਜੋ ਹੈ ਅਲਟੀਮੇਟਲੀ ਗੁਰੂ ਤੋਂ ਉੱਪਰ ਕੋਈ ਨਹੀਂ। ਹੂੰ, ਉਹਨਾਂ ਨੂੰ ਵੀ ਗੁਰੂ ਸਾਹਿਬ ਨੂੰ ਵੀ ਪਤਾ ਕਿ ਮੇਰੇ ਨਾਂ ਤੇ ਕੀ ਕੁਝ ਹੋ ਰਿਹਾ। ਹੂੰ, ਇਸੇ ਕਰਕੇ ਜਿਹੜਾ ਪ੍ਰਧਾਨ ਸਾਹਿਬ ਨੇ ਕਿਹਾ ਨਾ ਕਿ ਜਿੰਨੇ ਬੇਅਦਬੀ ਕੀਤੀ ਹੈ ਉਹਦਾ ਵੀ ਕੱਖ ਨਾ ਰਵੇ, ਤੇ ਜਿਹੜਾ ਬੇਅਦਬੀ ਸਿਆਸਤ ਕਰ ਰਹੇ। ਜਾਖੜ ਸਾਹਿਬ ਨੇ ਸਭ ਤੋਂ ਵੱਧ ਝੂਠਾ ਰੌਲਾ ਪਾਇਆ ਸੀ। ਹੂੰ, ਹੁਣ ਇਹੋ ਜਿਹਾ 2.5 ਕਿਲੋ ਦਾ ਹੱਥ ਉੱਥੇ ਫਸਿਆ ਵੀ ਕਾਂਗਰਸ ਦੇ ਹੱਥ ਦੀਆਂ ਚੀਕਾਂ ਥੱਲੇ ਨਿਕਲੇ ਪਈਆਂ। ਹੂੰ, ਇਹ ਕੁਦਰਤੀ ਹੈ। ਇਸ ਕਰਕੇ ਆਪੇ ਕੁਦਰਤ ਦਾ ਰੱਬ ਦੀ ਕਹਿੰਦੇ ਜਦੋਂ ਲਾਠੀ ਪੈਂਦੀ ਹੈ ਨਾ ਉਹਦੀ ਆਵਾਜ਼ ਨਹੀਂ ਆਉਂਦੀ, ਲੇਕਿਨ ਪਤਾ ਲੱਗਦਾ ਕਿ ਉਹਦੀ ਸ਼ਕਤੀ ਕਿੰਨੀ ਹੈ। ਅੱਛਾ, ਇੱਕ ਗੱਲ ਦੱਸੋ ਜੀ, ਮੈਂ ਸਾਹਿਬ ਵਿਧਾਨ ਸਭਾ ਚੋਣਾਂ ਜਿਹੜੀਆਂ ਲੰਘੀਆਂ ਨੇ, ਤੁਸੀਂ ਬੜਾ ਉੱਥੇ ਆਪਣੀਆਂ ਸਫਾਈਆਂ ਪੇਸ਼ ਕਰਦੇ ਰਹੇ ਕਿ ਇਹ ਕੰਮ ਤੁਹਾਡੀ ਪਾਰਟੀ ਦੇ ਮੱਥੇ ਲੱਗ ਗਿਆ, ਕਿਸੇ ਵੀ ਤਰੀਕੇ ਤੁਹਾਨੂੰ ਨੁਕਸਾਨ ਵੀ ਹੋਇਆ। ਹੁਣ ਇਹਨਾਂ 2.5 ਸਾਲਾਂ ਦੇ ਵਿੱਚ ਫਿਰ ਸਫਾਈਆਂ ਤੁਸੀਂ ਦਿੰਦੇ ਰਹੇ, ਕਿਤੇ ਨਾ ਕਿਤੇ ਤੁਹਾਨੂੰ ਲੱਗਿਆ ਕਿ ਤੁਹਾਡੀ ਜਿਹੜੀ ਗੱਲ ਸੀਗੀ ਉਹ ਪ੍ਰਤੱਖ ਰੂਪ ਦੇ ਵਿੱਚ ਲੋਕਾਂ ਤੱਕ ਨਹੀਂ ਜਾ ਪਾਈ। ਤੁਹਾਨੂੰ ਇਹ ਗੱਲ ਲੱਗੀ ਹੈ? ਤੁਹਾਨੂੰ ਲੱਗਦਾ ਕਿ ਹੁਣ ਇਹ ਚਾਰਜ ਸ਼ੀਟ ਹੋਵੇ ਜਾਂ ਇਸ ਕੇਸ ਦੇ ਵਿੱਚ ਜਦੋਂ ਕੋਈ ਫੈਸਲਾ ਹੋਏਗਾ ਉਸ ਤੋਂ ਬਾਅਦ ਤੁਹਾਡੀ ਗੱਲ ਲੱਗਦਾ ਕਿ ਲੋਕਾਂ ਤੱਕ ਸਹੀ ਜਾਏਗੀ, ਕਿ ਜੋ ਤੁਸੀਂ ਪਹਿਲਾਂ ਕਹਿੰਦੇ ਸੀ ਉਹ ਠੀਕ ਹੈ? ਦੇਖੋ, ਜਨਤਾ ਤਾਂ ਜਦੋਂ ਇਸ ਰਾਜ ਦੇ ਆਉਣ ਦੇ ਟਾਈਮ ਤੇ ਵੀ ਬੇਅਦਬੀਆਂ ਹੋਈਆਂ ਤਾਂ ਲੋਕਾਂ ਨੂੰ ਤਾਂ ਪਤਾ ਲੱਗਿਆ ਕਿ ਇਹ ਸਮੱਸਿਆ ਜਿਹੜੀ ਹੈ ਇਹ ਗੰਭੀਰ ਹੈ। ਜਿਹੜੇ ਕੁਝ ਇਹਨਾਂ ਦੇ ਪ੍ਰਭਾਵ ਥੱਲੇ ਆਏ ਵੀ ਸੀ ਉਦੋਂ ਕੂੜ ਪ੍ਰਚਾਰ ਦੇ, ਉਹ ਵੀ ਲੋਕਾਂ ਨੂੰ ਸਮਝਣ ਲੱਗ ਗਏ ਕਿ ਨਹੀਂ, ਇਹ ਹੁਣ ਜ਼ਿਆਦਾ ਰਾਜਨੀਤੀ ਹੁੰਦੀ ਹੈ। ਲੇਕਿਨ ਅਲਟੀਮੇਟਲੀ ਜਿਹੜੀ ਹੈ ਗੱਲ ਉਦੋਂ ਹੀ ਜਿਹੜੀ ਹੈ ਠੋਕ ਕੇ ਗੱਲ ਹੁੰਦੀ ਹੈ ਜਦੋਂ ਕੋਈ ਡਾਕੂਮੈਂਟ ਸਾਹਮਣੇ ਆਉਂਦਾ, ਕਿਉਂਕਿ ਇਹਨੇ ਕਿਹਾ ਬੜਾ ਕੁਝ ਸੀ ਨਾ ਵੀ ਤੁਸੀਂ ਦੇਖਿਓ ਉੱਥੇ ਬਾਈਬਲ ਕਲਾਂ 'ਚ ਕੀ ਕੋਈ ਨਿਕਲਦਾ ਹੈ, ਤੁਸੀਂ ਦੇਖਿਓ ਉੱਥੇ ਕੋਟਪੂਰੇ ਕੀ ਕੋਈ ਨਿਕਲਦਾ। ਸਾਨੂੰ ਤਾਂ ਪਤਾ ਵੀ ਕੀ ਨਿਕਲਦਾ, ਕਿੱਥੋਂ ਨਿਕਲੇ, ਗੋਲੀ ਦੇ ਆਰਡਰ ਕਿੰਨੇ ਦਿੱਤੇ, ਇਹ ਸਾਰਾ ਕੁਝ ਸੀਗਾ। ਤੇ ਹੁਣ ਜਦੋਂ ਨਿਕਲਿਆ ਸਾਰਾ ਕੁਝ ਤੇ ਕੁਦਰਤੀ ਗੱਲ ਹੈ ਸਾਨੂੰ ਵੀ ਕਹਿਣ ਦਾ ਮੌਕਾ ਮਿਲਿਆ ਵੀ ਦੱਸੋ ਭਾਈ। ਹੁਣ ਸਾਨੂੰ ਤਾਂ ਝੱਟ ਕਹਿ ਦੇਣਗੇ ਵੀ ਇਹ ਝੂਠ ਬੋਲਦੇ। ਹਾਲੇ ਦੇਖੋ ਮੁੱਖ ਮੰਤਰੀ ਸਾਹਿਬ ਤਾਂ ਹਾਲੇ ਵੀ ਝੂਠ ਮਾਰਨੋਂ ਨਹੀਂ ਹਟਦੇ, ਉਹ ਤਾਂ ਹਾਲੇ ਵੀ ਲਗਾਤਾਰ ਲੱਗੇ। ਹਾਲੇ ਕਿ ਮੁੱਖ ਮੰਤਰੀ ਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਤੁਸੀਂ ਫੈਸਲਾ ਸੁਣਾ ਦਿਓ। ਹਮੇਸ਼ਾ ਇਹ ਚੀਜ਼ਾਂ ਜਾਂਚ ਦੇ ਉੱਤੇ ਅਸਰ ਪਾਉਂਦੀਆਂ, ਪਰ ਇਹਨਾਂ ਨੇ ਤਾਂ ਅਸਰ ਪਾਉਣ ਲਈ ਪਹਿਲਾਂ ਵੀ ਕੋਈ ਕਸਰ ਨਹੀਂ ਛੱਡੀ। ਅੱਛਾ, ਚਲੋ ਤੁਸੀਂ ਚਾਰਜ ਸ਼ੀਟ ਪੜ੍ਹੀ ਹੈ, ਇੱਥੇ ਕਿਤੇ ਇਹ ਜ਼ਿਕਰ ਹੈਗਾ ਜਿਹਦਾ ਵਾਰ-ਵਾਰ ਬੜਾ ਪ੍ਰਚਾਰ ਹੋਇਆ ਕਿ ਰਾਤ ਨੂੰ ਡੀਜੀਪੀ ਸਾਹਿਬ ਨੇ ਗੱਲ ਕੀਤੀ ਬਾਦਲ ਸਾਹਿਬ ਨਾਲ, ਬਾਦਲ ਸਾਹਿਬ ਨੂੰ ਵੱਲੋਂ ਕੁਝ ਕਿਹਾ ਗਿਆ, ਉਸ ਤੋਂ ਬਾਅਦ ਗੋਲੀ ਵਾਲੀ ਘਟਨਾ ਹੋ ਗਈ, ਅਜਿਹਾ ਕੋਈ ਜ਼ਿਕਰ ਹੈ ਇਹਦੇ ਵਿੱਚ? ਨਹੀਂ, ਇਹ ਤਾਂ ਜਿਹੜੀ ਹੈਗਾ ਬਾਈਬਲ ਕਲਾਂ ਦੀ ਹੈ। ਨਹੀਂ, ਪਰ ਗੱਲ ਬਾਈਬਲ ਕਲਾਂ ਦੀ ਵੀ ਹੋਈ, ਕੋਟਕਪੂਰੇ ਦੀ ਵੀ ਹੋਈ, ਪਰ ਬਾਈਬਲ ਕਲਾਂ ਦੀ ਵੀ ਹੋਈ ਕਿਤੇ ਵੀ ਨਹੀਂ ਵੀ ਬਾਈਬਲ ਕਲਾਂ ਦੀ ਵੀ ਘਟਨਾ ਤਾਂ ਵਾਪਰੀ ਹੈ ਕਿਉਂਕਿ ਮੈਂ ਤਾਂ ਕੋਈ ਵੀ ਐਸਐਸਪੀ ਆਪਣੇ ਤੌਰ ਤੇ ਗੋਲੀ ਚਲਾ ਹੀ ਨਹੀਂ ਸਕਦਾ ਜਦ ਤੱਕ ਉੱਪਰੋਂ ਕਮਾਂਡਰ ਨਾ ਆਵੇ। ਮੈਂ ਤਾਂ ਇਹੀ ਕਹਿਣਾ ਵੀ ਫਿਰ ਕਿੱਥੇ ਗਏ ਹੁਕਮ? ਫਿਰ ਤੁਸੀਂ ਚਲਾਨ ਦੇ ਵਿੱਚ ਲਿਖਣੇ ਸੀ ਨਾ। ਇਹੀ ਤਾਂ ਮੈਂ ਪੁੱਛ ਰਿਹਾ ਵੀ ਸਭ ਤੋਂ ਸੀਰੀਅਸ ਘਟਨਾ ਤਾਂ ਇਹੀ ਸੀ ਕਿ ਜਿੱਥੇ 2 ਸਿੰਘ ਸ਼ਹੀਦ ਹੋ ਗਏ, ਤੇ ਤੁਸੀਂ ਫਿਰ ਇਹ 'ਚ ਲਿਖਣਾ ਸੀ ਵੀ ਕਿਤੇ ਹੁਕਮ ਆਏ, ਤੇ ਲਿਖਿਆ ਹੀ ਨਹੀਂ। ਇਸ ਕਰਕੇ ਹੁਣ ਤਾਂ ਝੂਠ ਮਾਰਨੋਂ ਹਟ ਜਾਓ। ਇਹੀ ਮੈਂ ਹੁਣ ਬੇਨਤੀ ਕਰਦਾ ਵੀ ਬਹੁਤ ਝੂਠ ਬੋਲਿਆ ਗਿਆ। ਗੱਲ ਇਹ ਹੈ ਕਿ ਹੁਣ ਇਸ ਤੋਂ ਵੱਧ ਜਿਹੜੀ ਹੈ ਇਹ ਸਿਖਰ ਹੋ ਗਿਆ। ਹੁਣ ਤਾਂ ਲੋਕੀ ਵੀ ਸੁਣਨ ਨੂੰ ਤਿਆਰ ਨੇ। ਆਹ ਦੇਖ ਲਓ ਉਦੋਂ ਬਰਗਾੜੀ ਤੋਂ ਲੈ ਕੇ ਨਿਕਲੇ ਸੀ, ਕਿੰਨੇ ਸੀ ਟੋਟਲ ਨਾਲ ਤੁਰੇ, ਕਿਉਂਕਿ ਲੋਕੀ ਸਮਝ ਜਾ ਕੇ ਵੀ ਲੜਾਈ ਹੋ ਗਈ। ਉੱਥੇ ਜਾ ਕੇ ਜਿਹੜੇ ਗਏ ਸੀ ਉਹ ਵੀ ਲੜ ਪਏ। ਚਲੋ ਇੱਕ ਚੀਜ਼ ਬਸ ਮੇਰਾ ਆਖਰੀ ਸਵਾਲ ਹੈਗਾ, ਬੇਅਦਬੀਆਂ ਤੇ ਸਿਆਸਤ ਨਹੀਂ ਹੋਣੀ ਚਾਹੀਦੀ, ਅਸੀਂ ਸਾਰੇ ਹੀ ਕਹਿੰਦੇ ਆ, ਪਰ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਜਦੋਂ ਵਾਰ-ਵਾਰ ਖੁਦ ਸਟੇਜਾਂ ਤੇ ਜਾ ਕੇ ਸਫਾਈਆਂ ਦਿੰਦੇ ਹੋ, ਜਦੋਂ ਇਸ ਮਸਲੇ ਤੇ ਖੁਦ ਤੁਸੀਂ ਬੋਲਦੇ ਹੋ, ਫਿਰ ਤੁਸੀਂ ਵੀ ਇੱਕ ਸਿਆਸਤ ਦਾ ਹਿੱਸਾ ਤਾਂ ਬਣ ਰਹੇ ਹੋ ਨਾ? ਦੇਖੋ, ਸਭ ਤੋਂ ਵੱਡਾ ਦਰਦ ਤੁਹਾਨੂੰ ਇਹ ਹੁੰਦਾ ਤੁਸੀਂ ਕੋਈ ਵੀ ਐਲੀਗੇਸ਼ਨ ਬਰਦਾਸ਼ਤ ਕਰ ਸਕਦੇ ਹੋ, ਤੁਹਾਨੂੰ ਕੋਈ ਵੀ ਗਾਲ ਕੱਢੇ ਤੁਸੀਂ ਬਰਦਾਸ਼ਤ ਕਰ ਸਕਦੇ ਹੋ, ਲੇਕਿਨ ਇੱਕ ਗੁਰਸਿੱਖ ਹੁੰਦੇ ਹੋਏ, ਤੁਹਾਡੀ ਪੂਰੀ ਗੁਰੂ ਮਹਾਰਾਜ 'ਚ ਸ਼ਰਧਾ ਹੁੰਦੇ ਹੋਏ, ਔਰ ਤੁਸੀਂ ਸਿੱਖ ਕੌਮ ਵਾਸਤੇ ਸਾਡੀ ਵਿਰਾਸਤ ਨੂੰ ਸੰਭਾਲਣ ਵਾਸਤੇ ਇੰਨਾ ਕੋਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗੀ ਸ਼ਖਸੀਅਤ ਨੇ ਕੰਮ ਕੀਤਾ ਹੋਵੇ, ਤੇ ਐਲੀਗੇਸ਼ਨ ਤੁਸੀਂ ਇਹ ਲਾਓ ਕਿ ਤੁਸੀਂ ਬੇਅਦਬੀਆਂ ਕਰਾਈਆਂ, ਇਸ ਤੋਂ ਵੱਡੀ ਜਿਹੜੀ ਹੈ ਸਾਡੇ ਵਾਸਤੇ ਕੋਈ ਤੋਹਮਤ ਹੋ ਨਹੀਂ ਸਕਦੀ। ਇਸ ਕਰਕੇ ਕੁਦਰਤੀ ਹੁੰਦਾ ਕਿ ਜਦੋਂ ਸੰਗਤ ਦੇ ਵਿੱਚ ਜਾਂਦੇ ਹੋ ਤਾਂ ਤੁਹਾਡਾ ਮਨ ਚੀਖ ਕੇ ਉਹ ਗੱਲ ਕਹਿੰਦਾ ਕਿ ਕੁਛ ਤਾਂ ਰਾਜਨੀਤੀ ਦੇ ਵਿੱਚ ਤੁਸੀਂ ਥੋੜੀ ਬਹੁਤੀ ਸ਼ਰਮ ਕਰੋ। ਆਖਰ ਕੀ ਗੱਲਾਂ ਤੁਸੀਂ ਸਾਡੇ ਬਾਰੇ ਕਹਿੰਦੇ ਹੋ ਕਿ ਕਦੀ ਕੋਈ ਸੋਚ ਸਕਦਾ ਕਿ ਕੋਈ ਵਿਅਕਤੀ ਜਿਹੜਾ ਇਦਾਂ ਦਾ ਕੰਮ ਕਰ ਸਕਦਾ, ਔਰ ਨਿਕਲਿਆ ਕੀ? ਬਿਲਕੁਲ ਠੀਕ ਹੈ, ਬਹੁਤ ਬਹੁਤ ਧੰਨਵਾਦ ਚੀਮਾ ਸਾਹਿਬ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ। ਸੋ ਇਸ ਡਾਕਟਰ ਚੀਮਾ ਜਿਹਨਾਂ ਦੱਸਿਆ ਕਿ ਬੇਅਦਬੀਆਂ ਦੇ ਮਸਲੇ ਤੇ ਸਿਰਫ ਸਿਆਸਤ ਹੋਈ ਹੈ, ਔਰ ਸਿਰਫ ਇਹ ਗੱਲਾਂ ਨਹੀਂ, ਪੁਖਤਾ ਇਹਨਾਂ ਨੇ ਸਬੂਤ ਵੀ ਪੇਸ਼ ਕੀਤੇ ਨੇ ਕਿ ਇਸ ਚਾਰਜ ਸ਼ੀਟ ਦੇ ਵਿੱਚ ਇੱਕ ਥਾਂ ਤੇ ਵੀ ਇਹ ਦਿਖਾ ਦਿਓ ਕਿਸੇ ਪੋਲੀਟੀਕਲ ਲੀਡਰ ਦਾ ਨਾਮ, ਕਿਸੇ ਪੰਚ ਸਰਪੰਚ, ਕਿਸੇ ਹੇਠਲੇ ਪੱਧਰ ਤੇ ਕਿਸੇ ਅਕਾਲੀ ਲੀਡਰ ਦਾ ਵੀ ਨਾਮ ਹੋਵੇ ਤਾਂ ਅਸੀਂ ਗੁਨਾਹਗਾਰ ਹਾਂ। ਪਰ ਇਹ ਚਾਰਜ ਸ਼ੀਟ ਖੁਦ ਬਿਆਨ ਕਰ ਰਹੀ ਹੈ ਕਿ ਅਜਿਹਾ ਕੁਝ ਵੀ ਨਹੀਂ ਹੋਇਆ, ਪੋਲੀਟੀਕਲ ਨਾ ਤਾਂ ਕੋਈ ਵਿਲ ਸੀਗੀ, ਨਾ ਹੀ ਕੋਈ ਪੋਲੀਟੀਕਲ ਆਰਡਰ ਇਦਾਂ ਦੇ ਆਏ। ਇਸ ਕਰਕੇ ਇਹ ਜਿਹੜਾ ਮਸਲਾ ਹੈਗਾ ਹਾਲੇ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਕਿ ਸਿਰਫ ਤੇ ਸਿਰਫ ਸਿਆਸਤ ਹੀ ਕੀਤੀ ਗਈ। ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।